ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਡੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਇਕ ਮਨ ਪੁਰਖ ਧਿਆਏ ਬਰਦਾਤਾ ਸੰਤ ਸਹਾਰ ਸਦਾ ਵਿਖਿਆਤਾ। ਤਾਸ ਚਰਨ ਲੈ ਹਿਰਦੈ ਬਸਾਵ ਤੋ ਪਰਮ ਗੁਰੂ ਨਾਨਕ ਗੁਣ ਗਾਵੋ। ਗਾਵੋ ਗੁਣ ਪਰਮ ਗੁਰੂ ਸੁਖ ਸਾਗਰ ਦੁਰਤ ਨਿਵਾਰਨ ਸ਼ਬਦ ਸਰੇ। ਗਾਵਹਿ ਗੰਭੀਰ ਧੀਰ ਮਤ ਸਾਗਰ ਯੋਗੀ ਜੰਗਮ ਧਿਆਨ ਤਰੇ। ਗਾਵਹਿ ਇੰਦਰਾਦ ਭਗਤ ਪ੍ਰਹਿਲਾਦਕ ਆਤਮ ਰਸ ਜਿਨ ਜਾਣਿਓ। ਕਵ ਕਲ ਸੋ ਜਸ ਗਾਵੋ ਗੁਰ ਨਾਨਕ ਰਾਜ ਜੋਗ ਜਿਨ ਮਾਣਿਓ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ। ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ ਨੂਰ ਅਰਸ ਹੋ ਕੁਰਸ ਹੋ ਝਟੀਐ। ਤੁਧ ਡਿਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੈ ਸਾਹੋ। ਜਿਸ ਪਾਸ ਬਹਿਠਿਆ ਸੋਹੀਐ ਸਭਨਾ ਦਾ ਵੇਸਾਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਮਾਰੂ ਮਹੱਲਾ ਪਹਿਲਾ। ਅਸੁਰ ਸੰਘਾਰਣ ਰਾਮ ਹਮਾਰਾ। ਘਟ ਘਟ ਰਮਈਆ ਰਾਮ ਪਿਆਰਾ। ਨਾਲੇ ਅਲਖ ਨ ਲਖੀਐ ਮੂਲੇ ਗੁਰਮੁਖ ਲਿਖ ਵਿਚਾਰਾ ਹੈ। ਅਸੁਰ ਸੰਘਾਰਣ ਰਾਮ ਹਮਾਰਾ। ਘਟ ਘਟ ਰਮਈਆ ਰਾਮ ਪਿਆਰਾ। ਨਾਲੇ ਅਲਖ ਨ ਲਖੀਐ ਮੂਲੇ
ਗੁਰਮੁਖ ਲਿਖ ਵਿਚਾਰਾਹੇ। ਗੁਰਮੁਖ ਸਾਧੂ ਸਰਣ ਤੁਮਾਰੀ। ਕਰ ਕਿਰਪਾ ਪ੍ਰਭ ਪਾਰ ਉਤਾਰੀ। ਅਗਨ ਪਾਣੀ ਸਾਗਰ ਅਤ ਗਹਿਰਾ। ਗੁਰ ਸਤਿਗੁਰ ਪਾਰ ਉਤਾਰਾ ਹੈ। ਮਨ ਮੁਖ ਅੰਧਲੇ ਸੋਝੀ ਨਾਹੀ। ਆਵਹਿ ਜਾਹੇ ਮਰਹਿ ਮਰ ਜਾਈ। ਪੂਰਬ ਲਿਖਿਆ ਲੇਖ ਨ ਮਿਟਈ। ਜਮਦਰ ਅੰਧ ਖੁਆਰਾ ਹੈ। ਇਕ ਆਵਹਿ ਜਾਵਹਿ ਘਰ ਵਾਸ ਨ ਪਾਵਹਿ। ਕਿਰਤ ਕੇ ਬਾਂਧੇ ਪਾਪ ਕਮਾਵਹਿ। ਅੰਧਲੇ ਸੋਝੀ ਬੂਝ ਨ ਕਾਈ। ਲੋਭ ਬੁਰਾ ਅਹੰਕਾਰਾ ਹੈ। ਇਕ ਆਵਹਿ ਜਾਵਹਿ ਘਰ ਵਾਸ ਨ ਪਾਵਹਿ। ਕਿਰਤ ਕੇ ਬਾਂਧੇ ਪਾਪ ਕਮਾਵਹਿ। ਅੰਧਲੇ ਸੋਝੀ ਬੂਝ ਨ ਕਾਈ। ਲੋਭ ਬੁਰਾ ਅਹੰਕਾਰਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤਖ਼ ਦੇ ਮਾਲਕ। ਬਾਣੀ ਕੇ ਬੋਹਿਤ ਲੋਕ ਪਰਲੋਕ ਦੇ ਰੱਖਿਅਕ। ਸਰਬ ਸਾਂਝੀ ਬਾਲਤਾ ਦਾ ਉਪਦੇਸ਼ ਦੇਣ ਵਾਲੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਜੁੜ ਬੈਠੇ ਗੁਰੂ ਰੂਪ ਗੁਰੂ ਸਵਾਰੇ ਸਤ ਸੰਗੀ ਜਨੋ। ਆਪ ਜੀ ਵੱਡਿਆਂ ਭਾਗਾਂ ਵਾਲੇ ਹੋ ਜੋ ਦਸ਼ਮੇਸ਼ ਪਿਤਾ ਗੁਰੂ ਕਲਗੀਧਰ ਸਤਿਗੁਰੂ ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ ਸਹਿਬੇ ਕਮਾਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨ ਛੋਹ ਧਰਤੀ ਮਹਾਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਕੇ ਸਤ ਸੰਗਤ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤ ਵੇਲੇ ਤੋਂ ਸਜੇ ਦੀਵਾਨਾਂ ਵਿੱਚ ਆਪ ਜੀ ਨੇ ਹੁਣੇ ਹੀ ਸਤਿਕਾਰਯੋਗ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਸ਼੍ਰੀ ਆਸਾ ਜੀ ਕੀ ਵਾਰ ਦੇ ਕੀਰਤਨ ਸ਼ਰਵਣ ਕੀਤੇ ਹਨ। ਸਵਾਓ ਗੁਰੂ ਸਵਾਰਿਓ, ਸਮਾਂ ਹੈ ਜੋ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਮਾਰੂ ਰਾਗ ਦੇ ਵਿੱਚੋਂ ਆਪ ਸੰਗਤਾਂ ਸ਼ਰਵਣ ਕਰਦੀਆਂ ਆ ਰਹੀਆਂ ਹਨ। ਆਓ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੀਏ, ਧਿਆਨ ਗੁਰੂ ਚਰਨਾਂ ਨਾਲ ਜੋੜੀਏ ਤੇ ਗੁਰੂ ਮਹਾਰਾਜ ਜੀ ਦੇ ਪਾਵਨ ਉਪਦੇਸ਼ ਨੂੰ ਹਿਰਦਿਆਂ ਵਿੱਚ ਵਸਾ ਕੇ ਆਪਣਾ ਜੀਵਨ ਸਫਲਾ ਕਰੀਏ। ਕਰੋ ਸਾਰੇ ਆਪਣੀ ਰਸਨਾ ਪਵਿੱਤਰ, ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਮਾਰੂ ਮਹੱਲਾ ਪਹਿਲਾ।
असुर संघारण राम हमारा, घट घट रमैया राम प्यारा। मारू राग दे विच पहले पातशाह नानक निरंकार जी धन धन सतगुरु श्री गुरु नानक देव महाराज, जिन्हां ने सारे संसार का कल्याण किया, अनेकां जीवां नूं तारना किया, जिन्हां दी गिणती नहीं की जा सकती है। एक विद्वान लिखता है कि तारे गिने जात है, तेरे तारे ना गिनात है। कि साइंस युग है, विज्ञानक युग है, मान लिया जाए, हालांकि तारे गिनने औखे ने, तो कहता तारे गिने जा सकते ने आकाश दे, पर हे गुरु नानक साहब महाराज जी, जिन्होंने आप जी ने तारना किया ना, उन्हों की गिणती करनी नामुमकिन है। वो बहुत सारे ने। वो गुरु नानक साहब महाराज निरंकार सतगुरु जी मारू राग दे विच साडे उत्ते बख्शिश कर रहे हैं। ये पावन शब्द सतगुरां दे पावन अंक 1028 तो प्रारंभ हुंदा है ते 1029 ते जाके 30 ते जाके समाप्ति है शब्द की। ते सतगुरु आरंभता दे विच बचन कर रहे ने। पुछिया सतगुरु जी नूं कि पातशाह जिहड़ा रमंती राम है, वाहिगुरु जिहड़ा सारियां थावां ते रमिया होया है, वो वाहिगुरु विच किहड़े किहड़े गुण ने, वाहिगुरु किवें जीवां दी सहायता करदा है। ते सतगुरु कहंदे ने असुर संघारण राम हमारा। असुर कहंदे ने दैंत, राक्षस, जिन्हां नूं ਉਹ ਰਮੰਤੀ राम संघारण वाला, खत्म करने वाला। हुण दैंत किहड़े ने? साडे अंदर जिहड़े 5 चोर ने, जिहड़े बड़े बलवान ने, साडे उत्ते हावी हो रहे ने, इहो जे असरां नूं रमंती राम वाहिगुरु ही संघारण वाला, खत्म करने वाला है। गुरबाणी दे विच गुरु पातशाह ने बचन कीते ने कि जिन मिल मारे 5 सूरबीर, ऐसो कौन बली रे। जिन 5 मार बिदार गुदारे, सो पूरा इहो कली रे। कहंदे भाई गुरु पातशाह ने इन्हां 5 नूं सूरमे लिखना कीता है। सूरबीर क्यों ने? क्योंकि ये बड़े बलवान ने। एक उत्ते कंट्रोल करिए दूजा अपना हमला कर दिंदा है, तो दूजे ते कंट्रोल करिए तीजा हमला कर दिंदा है। इस तरह मनुख सारी उम्र ही इन्हां नूं कंट्रोल करन दी कोशिश करदा, पर कंट्रोल भी नहीं हुंदे ने। ते कोई एक आधा बिरला ही है जिहदे उत्ते गुरु की बख्शिश होवे, मेहर होवे, फिर गुरु सवारियो उस इन्हां 5 दे उत्ते वो काबू कर लैंदा है। पर वो भी गुरु की किरपा दे नाल, मालक की रहमत दे नाल ही इन्हां उत्ते कंट्रोल किया जा सकता है। इस करके सतगुरु ने तां गल ही मुकाती। कहंदे भाई जिहड़ा इन्हां असुरां नूं, इन्हां दैंतां नूं संघारण वाला, कहंदे केवल ते केवल वाहिगुरु है। उही संघार करन वाला है, ਉਹੀ ਇਹਨਾਂ ਦਾ ਖਾਤਮਾ ਕਰਨ ਵਾਲਾ ਹੈ। ਤੇ ਉਹ ਵਾਹਿਗੁਰੂ ਰਹਿੰਦਾ ਕਿੱਥੇ ਹੈ? ਕਹਿੰਦੇ ਘਟ ਘਟ ਰਮਈਆ ਰਾਮ ਪਿਆਰਾ। ਜਿਹੜਾ ਰਮਈਆ ਰਮਿਆ ਹੋਇਆ, ਸਾਰਿਆਂ ਦਾ ਪਿਆਰਾ ਜੋ ਹੈ, ਉਹ ਹਰੇਕ ਸਰੀਰ ਦੇ ਵਿੱਚ ਹੈ। ਮਨੁੱਖ ਦੇ ਵਿੱਚ ਵੀ ਹੈ, ਪਸ਼ੂ ਦੇ ਵਿੱਚ ਵੀ ਹੈ, ਪੰਛੀ ਦੇ ਵਿੱਚ ਵੀ ਹੈ, ਕੀੜੇ ਮਕੌੜੇ ਦੇ ਵਿੱਚ ਵੀ ਹੈ। ਭਾਵ 84 ਲੱਖ ਜੂਨਾਂ ਉਹਨੇ ਪੈਦਾ ਕੀਤੀਆਂ, ਤੇ 84 ਲੱਖ ਜੂਨਾਂ ਦੇ ਵਿੱਚ ਹੀ ਵਾਹਿਗੁਰੂ ਆ ਬੈਠਾ ਹੋਇਆ। ਸਾਰਿਆਂ ਦੇ ਘਟਾਂ ਦੇ ਵਿੱਚ ਉਹ ਬੈਠਾ ਹੋਇਆ। ਜਿਵੇਂ ਆਪਾਂ ਪਾਤਸ਼ਾਹ ਦੇ ਬਚਨ ਪੜ੍ਹਦੇ ਹਾਂ, ਇਹ ਸਭੈ ਘਟ ਰਾਮ ਬੋਲੈ,
रामा बोलै, राम बिना को बोलै रे। उस रमंती राम तो बिना कोई दूजा है ही नहीं है। इस करके वो घट घट विच है, रमिया होया है। साडा वो प्यारा रमंती राम वाहिगुरू है। तो ऐसे वाहिगुरू नूं किवें जाणिया जा सकदा है। तो गुरु पातशाह अगली पंक्ति बख्शिश करते हैं कि नाले अलख न लखीਐ मूले, गुरमुख लिख विचारा है। सतगुरु जी वचन करते हैं कि एक तो वो रमिया होया ते दैंतां दा खात्मा करन वाला, ते पर कहंदे है सारियां थावां ते है, ते नाल उहनूं कहंदे लखिया नहीं जा सकता है। जिन्नी मर्जी कोशिश कर लीए कि वाहिगुरू दे स्वरूप का आपां बयान कर दईए, तो वाहिगुरू दे स्वरूप का बयान नहीं हो सकता, क्योंकि वो बेअंत है। इस करके जिहड़े गुरमुख जन हन वो गुरु की सिक्ख्या धारण करके प्रभु के गुणां नूं लिखते ने, प्रभु के गुणां की वो विचार करते ने। पर यह नहीं कि उस वाहिगुरू के जिहड़े लखणां तो रहत मालक का लख उहदा अंत पा लवे, अंत नहीं पाया जा सकता। परमात्मा बेअंत है। तो हर समय गुरु सवारे जिथे साडे प्रतੱਖ तौर ते इन्हां काम आदिक इन्हां उत्ते सत वाहिगुरू कंट्रोल करदा है, सानू जुगती दसदा कि इस तरह इन्हां नूं काबू विच करना है। तो प्रतੱਖ तौर ते भी मालक वाहिगुरू जड़ो कोई इहो जी दैंत बुद्धि वाले हरनाक्ष बुद्धि वाले लोग हुंदे ने जिहड़े जीवां नूं नुकसान पहुँचाउंदे ने, जगत 'च खलर पाउंदे ने, उन्हां नूं भी समय समय अनुसार परमात्मा ने अवतार धारणा कीते, समय समय अनुसार उन्हां नूं सजावां देना कीतियां ने। गुरबाणी विच बहुत सारे प्रमाण आउंदे ने, जिवें आपां पंजवें गुर दे महाराज दे बचन पढ़दे हां। सतगुरु कहंदे ने, जिसके सिर ऊपर तू स्वामी, सो दुख कैसा पावै, बोल न जाणै माया मद माता, मरना चीत न आवै, मेरे राम राये, तू संतां का संत तेरे, तेरे सेवक को भो किश नाही, जम नहीं आवै नेरे। जिहड़े तेरे सेवक ने ना, उन्होंने किसी प्रकार का डर नहीं रहिंदा, उन्हां दे जमदूत नेड़े नहीं आउंदे हन, क्योंकि उन्हां दी बांह आप जी ने पकड़ी हुंदी है। इस करके वो एडा वड्डा मालक है जिहदा कोई हद बन्ना ही नहीं है। असी उस मालक दे बाबत किवें जान सकते हैं, उहदे बाबत बिल्कुल भी सानू ज्ञान नहीं, उस स्वरूप बयान नहीं किया जा सकता। गुरमुख जन ऐसे वाहिगुरू की सिफत सलाह नूं वडियाई लिखते ने, विचार करते हैं। धन धन साहिब श्री गुरु नानक देव महाराज के जीवन संबंधी एक गाथा आउंदी है। कहते ने जीवां दा कल्याण करदे, श्री नानक प्रकाश विच एक गाथा लिखी है। जीवां दा कल्याण करते हुए पातशाह जी एक नगर विच पहुंचे ने। जिहड़े उस नगर विच रहण वाले लोग ने ना, वो राजे नूं ही भगवान मनदे ने। जिहड़ा राजा इन्हां दी संभाल करदा, प्रजा की पालना पोषणा करदा है, उन्हां नूं परमात्मा दे बाबत कुछ पता नहीं है कि परमात्मा ऐसी एक शक्ति है जिहड़ा सारे जीवां दी प्रतिपालना कर रहा, सारे जीवां दी संभाल करदा है। जगत गुरु गुरु नानक साहब महाराज पहुँचे ने। जदों गुरु सवारे उस नगर विच बरखा नहीं होनी, राजे कोल जाके इन्हां लोकां ने बेनती कर, नगर के लोकां ने कि हे प्रभु जी, राजे नूं प्रभु आखदे सन कि प्रभु जी भगवान जी आप जी कृपा करो, आप जी बख्शिश बरखा कराना करो ताकि फसल हो जाए। तो राजा अगों मंत्र जंतर इत्यादि पढ़दा हुंदा सी, ते मंत्रां दे बल दे राही राजा बरखा पवा दिंदा सी, ते उहनूं ही लोक पूजदे, उहदी पूजा करदे। ते इस तरह ये सिलसिला लगातार जारी। गुरु नानक साहब महाराज
ਜਦੋਂ ਆਪਾਂ ਸਤਿਗੁਰ ਦਾ ਜੀਵਨ ਪੜ੍ਹਦੇ ਹਾਂ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਉਹਨਾਂ ਥਾਵਾਂ 'ਤੇ ਗਏ ਨੇ ਜਿਨ੍ਹਾਂ ਥਾਵਾਂ 'ਤੇ ਪਰਮੇਸ਼ਰ ਦਾ ਨਾਂ ਬਿਲਕੁਲ ਹੀ ਨਹੀਂ ਲਿਆ ਜਾਂਦਾ ਸੀ, ਜਿੱਥੇ ਪਖੰਡ ਹੋ ਰਹੇ ਜਾਂ ਪਰਮੇਸ਼ਰ ਦੇ ਨਾਂ 'ਤੇ ਪਖੰਡ ਹੋ ਰਿਹਾ ਸੀ, ਜਾਂ ਉਹ ਲੋਕ ਸਨ ਜਿਹੜੇ ਪਰਮੇਸ਼ਰ ਦੇ ਨਾਮ ਤੋਂ ਕੋਹਾਂ ਦੂਰ ਸੀ, ਜਿਨ੍ਹਾਂ ਨੂੰ ਵਾਹਿਗੁਰੂ ਦੇ ਕਦੇ ਕੰਨਾਂ ਦੇ ਰਾਹੀਂ ਕਦੇ ਪਰਮਾਤਮਾ ਦੇ ਨਾਮ ਸੁਣਨਾ ਨਹੀਂ ਕੀਤਾ। ਹੁਣ ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਗਏ, ਕਹਿੰਦੇ ਨੇ ਇੱਕ ਜ਼ਿਮੀਂਦਾਰ ਦੇ ਖੇਤ ਦੇ ਕਿਨਾਰੇ 'ਤੇ ਸਤਿਗੁਰੂ ਨੇ ਆਪਣਾ ਡੇਰਾ ਲਾ ਲਿਆ। ਹੁਣ ਨਗਰ ਦੀ ਹਾਲਤ ਬੜੀ ਤਰਸਯੋਗ ਹੋਈ ਸੀ। ਜਿਹੜੀ ਫਤਿਹ ਮੰਤਰ ਪੜ੍ਹਿਆ, ਮੰਤਰਾਂ ਦਾ ਜਾਪ ਕੀਤਾ, ਵਰਖਾ ਨਹੀਂ ਹੋਈ। ਇਹ ਨਿਰਾਸ਼ ਹੋ ਕੇ ਆ ਗਏ। ਦੂਜੇ ਦਿਨ ਫਿਰ ਗਏ, ਰਾਜੇ ਨੇ ਫਿਰ ਮੰਤਰਾਂ ਦਾ ਜਾਪ ਕੀਤਾ, ਫਿਰ ਕਹਿੰਦੇ ਇਹ ਨਿਰਾਸ਼ ਹੋ ਕੇ ਆ ਗਏ। 7 ਦਿਨ ਇਸ ਤਰ੍ਹਾਂ ਜਾਂਦੇ ਰਹੇ, ਸੋਚਾਂ ਵਿੱਚ ਪਏ ਹੋਏ ਨੇ ਹੁਣ ਕਰੀਏ ਕੀ। ਭਗਵਾਨ ਜੀ ਨੇ ਵੀ ਸਾਡੇ ਨੇ ਰਾਜੇ ਨੂੰ ਭਗਵਾਨ ਮੰਨਦੇ ਨੇ ਕਿ ਸਾਡੇ ਭਗਵਾਨ ਜੀ ਨੇ ਇੰਨੀ ਕੋਸ਼ਿਸ਼ ਕੀਤੀ ਪਰ ਜਿਹੜੀ ਵਰਖਾ ਨਹੀਂ ਹੋਈ। ਜੇ ਵਰਖਾ ਨਹੀਂ ਹੋਈ ਤਾਂ ਸਾਡੀ ਜਿਹੜੀ ਫਸਲ ਹੈ ਇਹ ਵਰਖਾ 'ਤੇ ਨਿਰਭਰ ਹੈ। ਜੇ ਪਾਣੀ ਨਹੀਂ ਮਿਲਿਆ ਤਾਂ ਫਸਲ ਕੁਮਲਾ ਜਾਵੇਗੀ। ਕਹਿੰਦੇ ਚਿੰਤਾ ਵਿੱਚ ਨੇ ਕਿ ਸਾਡੇ ਬੱਚਿਆਂ ਦਾ ਕੀ ਬਣੇਗਾ ਅਤੇ ਸਾਡੀ ਪਾਲਣਾ ਪੋਸ਼ਣਾ ਕਿਵੇਂ ਹੋਵੇਗੀ, ਕਿਵੇਂ ਸਾਡਾ ਗੁਜ਼ਰਾਨ ਚੱਲੇਗਾ। ਇੰਝ ਵਿਚਾਰਾਂ ਕਰਦੇ ਨੇ। ਜਿਸ ਜ਼ਿਮੀਂਦਾਰ ਦੇ ਖੇਤ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਬੈਠੇ ਹੋਏ ਨੇ, ਕਹਿੰਦੇ ਉਹ ਜ਼ਿਮੀਂਦਾਰ ਆਪਣੇ ਖੇਤਾਂ ਵਿੱਚ ਆ ਕੇ ਪਹੁੰਚੇ ਆ। ਖੇਤਾਂ ਵਿੱਚ ਪਹੁੰਚੇ ਆ, ਧੰਨ ਗੁਰੂ ਨਾਨਕ ਦੇ ਮਹਾਰਾਜ ਬੈਠੇ ਨੇ। ਸਤਿਗੁਰੂ ਵੱਲ ਤੱਕਿਆ, ਕੁਝ ਨਹੀਂ ਬੋਲਿਆ। ਅਤੇ ਪਾਤਸ਼ਾਹ ਨੇ ਪੁੱਛਣਾ ਕੀਤਾ, ਕਹਿਣ ਲੱਗੇ ਹੇ ਭਾਈ ਦੱਸ ਤੇਰੇ ਚਿਹਰੇ ਉੱਤੇ ਰੌਣਕ ਕਿਉਂ ਨਹੀਂ ਹੈ। ਕਹਿਣ ਲੱਗਿਆ ਸੰਤ ਜੀ ਕੀ ਦੱਸਾਂ, ਇਹੋ ਜਿਹੀ ਹਾਲਤ ਹੋ ਗਈ ਹੈ, ਵਰਖਾ ਨਹੀਂ ਹੋਈ। ਅਸੀਂ ਬੜੀ ਕੋਸ਼ਿਸ਼ ਕੀਤੀ, ਭਗਵਾਨ ਨੂੰ ਵੀ ਮਨਾਉਣਾ ਕੀਤਾ, ਭਗਵਾਨ ਨੇ ਮੰਤਰਾਂ ਦਾ ਜਾਪ ਕੀਤਾ, ਪਰ ਵਰਖਾ ਨਹੀਂ ਹੋਈ ਹੈ। ਜੇ ਵਰਖਾ ਨਹੀਂ ਹੋਈ ਤਾਂ ਸਾਡੀ ਫਸਲ ਸੁੱਕ ਜਾਵੇਗੀ। ਅਤੇ ਧੰਨ ਗੁਰੂ ਨਾਨਕ ਦੇ ਮਹਾਰਾਜ ਕਹਿਣ ਕਿਹੜੇ ਭਗਵਾਨ ਦੀ ਗੱਲ ਕਰਦੇ ਹੋ। ਕਹਿਣ ਲੱਗੇ ਜਿਹੜਾ ਸਾਡੇ ਨਗਰ ਦਾ ਰਾਜਾ ਏ ਉਹ ਭਗਵਾਨ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਉਹ ਤਾਂ ਇੱਕ ਰਾਜਾ ਪਰਮੇਸ਼ਰ ਹੋਰ ਹੈ, ਇਹੋ ਜਿਹੀ ਸ਼ਕਤੀ ਹੈ ਜਿਹਦੇ ਕਰਕੇ ਨਹੀਂ ਦੱਸਿਆ ਜਾ ਸਕਦਾ। ਤੁਹਾਡੇ ਸਾਹਮਣੇ ਉਹ ਰਾਜਾ ਹੈ, ਪਰ ਰਾਜਾ ਵੱਡਾ ਭਿਖਾਰੀ ਹੈ। ਕਹਿੰਦੇ ਇਸ ਤਰ੍ਹਾਂ ਆਖਿਆ ਤੇ ਜਿਹਨੇ ਕਦੇ ਪਰਮਾਤਮਾ ਦਾ ਨਾਮ ਨਹੀਂ ਸੁਣਿਆ, ਜਿਹਨੂੰ ਪ੍ਰਭੂ ਨੂੰ ਪਰਮਾਤਮਾ ਬਾਬਤ ਕੀ ਪਤਾ। ਜਦੋਂ ਆਖਿਆ ਕਿ ਇਹ ਜਿਹੜਾ ਹੈ ਕਿ ਇੱਕ ਪਰਮੇਸ਼ਰ ਹੈ, ਪਰਮੇਸ਼ਰ ਦੀ ਆਰਾਧਨਾ ਕਰੋ, ਪਰਮੇਸ਼ਰ ਵਰਖਾ ਪਾ ਦੇਵੇਗਾ। ਅਤੇ ਜ਼ਿਮੀਂਦਾਰ ਨੇ ਅੱਗੋਂ ਗੁਰੂ ਨਾਨਕ ਪਾਤਸ਼ਾਹ ਨੂੰ ਸਵਾਲ ਕਰ ਦਿੱਤਾ। ਕਹਿਣ ਲੱਗਿਆ ਪਾਤਸ਼ਾਹ ਆਪ ਜੀ ਇਹ ਕਹਿ ਰਹੇ ਹੋ ਸੰਤ ਜੀ ਕਿ ਉਸ ਭਗਵਾਨ ਦੀ ਆਰਾਧਨਾ ਕਰੋ ਜਿਹੜਾ ਭਗਵਾਨ। ਕਹਿਣ ਲੱਗੇ ਜਦੋਂ ਤੱਕ ਉਹ ਦੇਖਿਆ ਨਹੀਂ ਆਪਾਂ ਕਿਵੇਂ ਆਰਾਧਨਾ ਕਰੀਏ। ਸਾਡੇ ਦੇਸ਼ ਵਿੱਚ ਨਹੀਂ ਆਇਆ, ਕਦੇ ਤੁਰਦੇ ਫਿਰਦੇ ਨੂੰ ਦੇਖਣਾ ਨਹੀਂ ਕੀਤਾ। ਜਿਹਦੀ ਜਾਣ ਪਹਿਚਾਣ ਨਾ ਹੋਵੇ ਉਹਦੀ ਆਰਾਧਨਾ ਆਪਾਂ ਕਿਵੇਂ ਕਰੀਏ। ਧੰਨ ਗੁਰੂ ਨਾਨਕ ਦੇ ਮਹਾਰਾਜ ਉਸ ਮਨੁੱਖ ਦੀ ਬੁੱਧੀ ਨੂੰ ਦੇਖ ਕੇ ਸਤਿਗੁਰੂ ਵਿਚਾਰਾਂ ਵਿੱਚ ਗਏ ਕਿ ਬਾਕੀ ਇਸ ਨਗਰ ਦੇ ਲੋਕਾਂ ਨੂੰ ਬਿਲਕੁਲ ਵੀ ਪਰਮੇਸ਼ਰ ਦੇ ਬਾਬਤ ਪਤਾ ਨਹੀਂ। ਅਤੇ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਕਿ ਭਾਈ ਉਹ ਪਰਮਾਤਮਾ ਨੂੰ ਦੇਖਿਆ ਨਹੀਂ ਜਾ ਸਕਦਾ, ਪਰਮਾਤਮਾ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ। ਉਹ ਸਾਰੀਆਂ ਥਾਵਾਂ 'ਤੇ ਹਰ ਦੇਸ਼ ਦੇ ਵਿੱਚ ਹੈ। ਇਹ ਨਹੀਂ ਇਕੱਲਾ ਕਿ ਇਸੇ ਨਗਰ ਵਿੱਚ, ਜਿੰਨੇ ਵੀ ਨਗਰ ਨੇ, ਜਿੰਨੀ ਧਰਤੀ ਹੈ, ਧਰਤੀ ਦੇ ਕਣ ਕਣ ਵਿੱਚ ਉਹ ਸਮਾਇਆ ਹੋਇਆ ਹੈ। ਅਤੇ ਕਹਿਣ ਲੱਗਿਆ ਪਾਤਸ਼ਾਹ ਮੈਂ ਨਹੀਂ ਮੰਨਦਾ, ਇੰਝ ਕਿਵੇਂ ਹੋ ਸਕਦਾ ਹੈ। ਗੁਰੂ ਨਾਨਕ ਪਾਤਸ਼ਾਹ ਕਹਿਣਗੇ ਚੱਲ ਇੰਝ ਕਰ, ਸਾਡੇ ਬਚਨ ਮੰਨ, ਤੈਨੂੰ ਅਸੀਂ ਦਿਖਾਉਂਦੇ ਹਾਂ ਪਰਮਾਤਮਾ ਦੀ ਸ਼ਕਤੀ ਕੈਸੀ ਹੈ। ਕਹਿਣ ਲੱਗੇ ਹਲ ਲੈ ਕੇ ਆ, ਤੂੰ ਆਪਣੀ ਇਹ ਫਸਲ ਨੂੰ ਦੁਬਾਰਾ ਬੀਜਣਾ ਕਰ।
ਇੱਕ ਖੇਤ ਦੁਆਰਾ ਬੀਜ, ਤੇ ਜੇ ਪਰਮੇਸ਼ਰ ਨੂੰ ਭਾਇਆ ਤੇਰੀ ਫਸਲ ਜਿਹੜੀ ਹਰੀ ਭਰੀ ਹੋ ਜਾਵੇਗੀ। ਤੇ ਜ਼ਿਮੀਂਦਾਰ ਕਹਿਣ ਲੱਗਿਆ ਇੰਝ ਕਿਵੇਂ ਹੋ ਸਕਦਾ, ਵਰਖਾ ਹੋਈ ਨਹੀਂ, ਜਿਹੜੀ ਪਹਿਲਾਂ ਫਸਲ ਬੀਜੀ ਹੋਈ ਆ ਉਹ ਸਾਰੀ ਸੁੱਕ ਗਈ ਹੈ, ਤੇ ਇਸ ਤਰ੍ਹਾਂ ਪਾਣੀ ਤੋਂ ਬਿਨਾਂ ਫਸਲ ਕਿਵੇਂ ਹੋ ਸਕਦੀ ਹੈ। ਧੰਨ ਗੁਰੂ ਨਾਨਕ ਦੇ ਮਹਾਰਾਜ ਕਹਿਣ ਲੱਗੇ ਮੇਰੀ ਗੱਲ ਤਾਂ ਮੰਨ, ਇੱਕ ਵਾਰੀ ਤੂੰ ਇਸ ਤਰ੍ਹਾਂ ਇਹ ਕੰਮ ਕਰ, ਫਿਰ ਤੈਨੂੰ ਪਤਾ ਲੱਗ ਜਾਵੇਗਾ। ਕਹਿੰਦੇ ਸੋਚਾਂ ਵਿੱਚ ਹੈ, ਦੁਬਿਧਾ ਵਿੱਚ ਪਿਆ ਹੋਇਆ ਆਪਣੇ ਘਰ ਗਿਆ, ਹਲ ਇਤਿਆਦਿਕ ਜਿੰਨਾ ਵੀ ਸਾਜੋ ਸਮਾਨ ਲੈਣ ਵਾਸਤੇ ਗਿਆ, ਤੇ ਸਾਰੇ ਨਗਰ ਦੇ ਜਿੰਨੇ ਵੀ ਲੋਕ ਸਨ ਸਾਰਿਆਂ ਨੂੰ ਇਕੱਤਰ ਕਰ ਲਿਆ। ਕਹਿਣ ਲੱਗਿਆ ਦੇਖੋ ਜੀ, ਮੇਰੇ ਖੇਤਾਂ ਦੇ ਵਿੱਚ ਇੱਕ ਸੰਤ ਜੀ ਬੈਠੇ ਹੋਏ ਨੇ, ਉਹਨਾਂ ਨੇ ਮੈਨੂੰ ਇਹ ਬਚਨ ਕੀਤੇ ਤੂੰ ਹਲ ਵਾਹਣਾ ਕਰ, ਦੁਆਰਾ ਬੀਜ ਤੇਰੀ ਫਸਲ ਹਰੀ ਹੋ ਜਾਵੇਗੀ। ਤੇ ਬਾਕੀ ਜਦੋਂ ਲੋਕਾਂ ਨੇ ਸੁਣਿਆ, ਲੋਕ ਹੱਸਣ ਲੱਗ ਪਏ। ਕਹਿਣ ਲੱਗੇ ਇੰਝ ਵੀ ਕਦੇ ਹੋ ਸਕਦਾ ਹੈ, ਪਾਣੀ ਤੋਂ ਬਿਨਾਂ ਫਸਲ ਕਿਵੇਂ ਹੋਣੀ ਹੈ। ਤੇ ਜਿਸ ਤਰ੍ਹਾਂ ਇਹਨੂੰ ਮਜ਼ਾਕ ਕਰਨ ਲੱਗੇ, ਇਹ ਵਾਪਸ ਮੁੜ ਕੇ ਆ ਗਿਆ। ਧੰਨ ਗੁਰੂ ਨਾਨਕ ਦੇ ਮਹਾਰਾਜ ਦੇ ਚਰਨਾਂ 'ਚ ਕਹਿਣ ਲੱਗੇ ਕਿ ਪਾਤਸ਼ਾਹ ਤੁਸੀਂ ਮੈਨੂੰ ਕਹਿ ਰਹੇ ਹੋ ਕਿ ਫਸਲ ਹੋ ਜਾਵੇਗੀ, ਪਰ ਮੈਂ ਆਪਣੇ ਜਿੰਨੇ ਵੀ ਮੇਰਾ ਭਾਈਚਾਰਾ, ਜਿੰਨੇ ਵੀ ਲੋਕ ਨੇ ਸਾਰਿਆਂ ਨੂੰ ਪੁੱਛਣਾ ਕੀਤਾ, ਸਾਰੇ ਮੇਰਾ ਮਜ਼ਾਕ ਉਡਾਉਂਦੇ ਨੇ, ਇਸ ਕਰਕੇ ਫਸਲ ਨਹੀਂ ਹੋ ਸਕਦੀ ਹੈ, ਮੈਂ ਨਹੀਂ ਇਹ ਕੰਮ ਕਰਨਾ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਅੱਗੋਂ ਉੱਤਰ ਦਿੱਤਾ, ਕਹਿਣ ਲੱਗੇ ਕਿ ਭਾਈ ਸਾਡੇ ਬਚਨ ਮੰਨ ਕੇ ਤੂੰ ਆਪਣਾ ਖੇਤ ਬੀਜਣਾ ਕਰ, ਫਸਲ ਬੀਜ, ਜਿੰਨਾ ਤੇਰਾ ਨੁਕਸਾਨ ਹੋ, ਜੇ ਫਸਲ ਨਹੀਂ ਹੋਈ, ਤੇਰੀ ਫਸਲ ਹਰੀ ਭਰੀ ਨਹੀਂ ਹੋਈ, ਤੇ ਕਹਿਣ ਲੱਗੇ ਫਿਰ ਜਿੰਨਾ ਤੇਰਾ ਨੁਕਸਾਨ ਹੋਵੇਗਾ ਉਹਦੀ ਭਰਪਾਈ ਅਸੀਂ ਕਰਾਂਗੇ, ਅਸੀਂ ਤੈਨੂੰ ਖਰਚ ਦੇ ਕੇ ਜਾਵਾਂਗੇ, ਤੇਰੇ ਨਾਲ ਵਾਅਦਾ ਕਰਦੇ ਹਾਂ, ਪਰ ਸਾਡੇ ਬਚਨ ਮੰਨ ਕੇ ਇਹ ਕੰਮ ਕਰਨਾ ਕਰ। ਜ਼ਿਮੀਂਦਾਰ ਨੇ ਧੰਨ ਗੁਰੂ ਨਾਨਕ ਦੇ ਮਹਾਰਾਜ ਦੇ ਬਚਨ ਮੰਨੇ, ਤੇ ਬਚਨ ਮੰਨ ਕੇ ਗੁਰੂ ਸਵਾਰਿਓ ਕਹਿੰਦੇ ਨੇ ਸਾਰਾ ਦਿਨ ਉਹਨਾਂ ਹਲ ਵਾਹਿਆ, ਸੁਹਾਗਾ ਫੇਰਿਆ, ਬੀਜ ਪਾਣਾ ਕੀਤਾ, ਤੇ ਰਾਤ ਪੈ ਗਈ। ਪਰ ਹੈ ਸੋਚਾਂ ਦੇ ਵਿੱਚ ਕਿ ਮੈਂ ਦੁਬਾਰਾ ਇੰਨੀ ਮਿਹਨਤ ਮੁਸ਼ੱਕਤ ਕੀਤੀ ਹੈ, ਕਿਤੇ ਇਹ ਨਾ ਹੋਵੇ ਕਿ ਮੇਰੀ ਸਾਰੀ ਜਿਹੜੀ ਮਿਹਨਤ ਮੁਸ਼ੱਕਤ ਪਰ ਚਲਿਆ ਗਿਆ। ਰਾਤ ਪਈ, ਆਪਣੇ ਘਰ ਵਿੱਚ ਪਹੁੰਚੇ ਆ, ਸਾਰੀ ਰਾਤ ਸੋਚਾਂ ਵਿੱਚ ਡੁੱਬਿਆ ਹੋਇਆ, ਤੇ ਸੋਚਦਿਆਂ ਹੀ ਨੀਂਦ ਆ ਗਈ। ਸਵੇਰ ਦਾ ਸਮਾਂ ਹੋਇਆ, ਸਵੇਰ ਵੇਲੇ ਵੀ ਸੋਚਾਂ ਚਿਤਵਨੀਆਂ ਚਿਤਵਦਾ ਹੈ ਉੱਠਿਆ ਕਿ ਸਾਰਾ ਦਿਨ ਮੈਂ ਹੱਡ ਤੋੜ ਜਿਹੜੀ ਇੰਨੀ ਮਿਹਨਤ ਕੀਤੀ ਹੈ, ਤੇ ਮੇਰੀ ਮਿਹਨਤ ਵਿਅਰਥ ਜਾਵੇਗੀ, ਫਸਲ ਕਿੱਥੋਂ ਹੋਣੀ ਹੈ ਪਾਣੀ ਤੋਂ ਬਿਨਾਂ। ਜਦੋਂ ਇਹ ਉੱਠ ਕੇ ਸਵੇਰੇ ਉੱਠ ਕੇ ਆਪਣੇ ਖੇਤਾਂ ਵੱਲ ਨੂੰ ਆਇਆ, ਕੀ ਦੇਖਦਾ ਹੈ ਕਿ ਜਿਸ ਥਾਂ 'ਤੇ ਫਸਲ ਬੀਜੀ ਸੀ ਉਸ ਥਾਂ 'ਤੇ ਹਰੀ ਕਣਕ ਉੱਗੀ ਹੋਈ ਹੈ। ਦੇਖ ਕੇ ਹੈਰਾਨ ਹੋ ਗਿਆ, ਅਚਰਜ ਹੋ ਗਿਆ, ਹੈਰਾਨ ਹੋਇਆ, ਤੇ ਧੰਨ ਗੁਰੂ ਨਾਨਕ ਦੇ ਮਹਾਰਾਜ ਦੇ ਚਰਨਾਂ 'ਚ ਮੱਥਾ ਟੇਕਿਆ। ਕਹਿਣ ਲੱਗਿਆ ਪਾਤਸ਼ਾਹ ਇਹ ਖੇਡ ਕਿਵੇਂ ਵਰਤੀ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਕਿ ਭਾਈ ਇਹ ਪਰਮੇਸ਼ਰ ਦੀ ਖੇਡ ਹੈ। ਪਰਮੇਸ਼ਰ ਚਾਹਵੇ ਮਾਰੂਥਲ ਦੇ ਇਲਾਕਿਆਂ ਵਿੱਚ ਜਿੱਥੇ ਬਿਲਕੁਲ ਵਰਖਾ ਨਹੀਂ, ਰੇਤਲੀ ਧਰਤੀ ਹੈ, ਉੱਥੇ ਪਰਮੇਸ਼ਰ ਚਾਹਵੇ ਤੇ ਉੱਥੇ ਮੀਂਹ ਪਵਾ ਸਕਦਾ ਹੈ। ਜੇ ਪਰਮੇਸ਼ਰ ਚਾਹਵੇ ਤੇ ਗੁਰੂ ਜਿੱਥੇ ਲਗਾਤਾਰ ਵਰਖਾ ਹੁੰਦੀ ਉੱਥੇ ਸਤਿਗੁਰੂ ਉਹ ਮਾਲਕ ਸੋਕਾ ਪਾ ਸਕਦਾ ਹੈ। ਉਸ ਮਾਲਕ ਦੇ ਹੱਥ ਵਿੱਚ ਸਭ ਕੁਝ ਹੈ। ਆਪਾਂ ਸਤਿਗੁਰ ਦੇ ਬਚਨ ਪੜ੍ਹਦੇ ਆ ਨਾ, ਰਾਜਾ ਸਰਮਿਤ ਨਹੀਂ ਜਾਨੀ ਤੇਰੀ, ਤੇਰੇ ਸੰਤਨ ਕੀ ਹੋ ਚੇਰੀ, ਹਸਤੋ ਜਾਏ ਸੋ ਰੋਬਤ ਆਵੈ, ਰੋਬਤ ਜਾਏ ਸੋ ਹਸੈ, ਬਸਦੋ ਹੋਏ ਸੋ ਊਜੜ, ਊਜੜ ਹੋਏ ਸੋ ਵਸੈ, ਜਲ ਤੇ ਥਲ ਕਰ ਥਲ ਤੇ ਕੂਆ, ਕੂਪ ਤੇ ਮੇਰ ਕਰਾਵੈ, ਧਰਤੀ ਤੇ ਆਕਾਸ਼ ਚੜਾਵੈ, ਚੜ੍ਹੇ ਆਕਾਸ਼ ਗਿਰਾਵੈ। ਇੰਨੀ ਤਾਕਤ ਦਾ ਮਾਲਕ ਹੈ, ਤੇ ਧਰਤੀ ਨੂੰ ਆਕਾਸ਼ ਉੱਤੇ ਪਹੁੰਚਾ ਸਕਦਾ, ਤੇ ਆਕਾਸ਼ ਨੂੰ ਧਰਤੀ ਥੱਲੇ ਲਿਆ ਸਕਦਾ ਹੈ। ਭਾਵ ਜਿਹਦੇ ਵਿੱਚ ਇੰਨੀ ਤਾਕਤ ਦਾ ਮਾਲਕ ਹੋਵੇ, ਮਾਨੋ ਆਕਾਸ਼ ਤੱਕ ਆਪਣੀ ਪਹੁੰਚ ਕਰ ਲਵੇ, ਕਹਿੰਦੇ ਉਹਨੂੰ ਪਰਮਾਤਮਾ ਫਿਰ ਧਰਤੀ ਉੱਤੇ ਡੇਗ ਦਿੰਦਾ ਜੇ ਹੰਕਾਰ ਕਰੇ। ਤੇ ਜਿਹੜੇ ਧਰਤੀ ਉੱਤੇ ਰਹਿਣ ਵਾਲੇ ਨਿਮਰਤਾ ਰੱਖਦੇ ਨੇ,
ਉਹ ਨਿਮਾਣੇ ਬਣ ਕੇ ਆਪਣੇ ਜੀਵਨ ਨੂੰ ਬਤੀਤ ਕਰੇ, ਉਹਨਾਂ ਨੂੰ ਫਿਰ ਮਾਲਕ ਵਾਹਿਗੁਰੂ ਵੱਡੇ ਵੱਡੇ ਮਰਤਬੇ ਦੇ ਦਿੰਦਾ, ਵਡਿਆਈ ਦੇ ਦਿੰਦਾ ਹੈ। ਅਤੇ ਜਦੋਂ ਗੁਰੂ ਸਵਾਰੇ ਇਹ ਫਸਲ ਦੇਖੀ, ਗਦ-ਗਦ ਹੋ ਗਿਆ ਕਿ ਇਹ ਕਿਵੇਂ ਹੋ ਗਿਆ। ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ 'ਚ ਮੱਥਾ ਟੇਕਿਆ ਕਿ ਫੰਤ ਜੀ ਆਪ ਜੀ ਨੇ ਕਿਰਪਾ ਕੀਤੀ ਹੈ। ਧੰਨ ਗੁਰੂ ਨਾਨਕ ਦੇ ਮਹਾਰਾਜ ਆਖਣ ਲੱਗੇ ਕਿ ਭਾਈ ਕਿਰਪਾ ਮੈਂ ਨਹੀਂ ਕੀਤੀ, ਕਿਰਪਾ ਕਰਨ ਵਾਲਾ ਪਰਮਾਤਮਾ ਹੈ। ਤੈਂ ਸਵਾਲ ਕੀਤਾ ਸੀ ਕਿ ਜਿਸ ਪ੍ਰਭੂ ਨੂੰ ਕਿਤੇ ਦੇਖਿਆ ਨਾ ਜਾਵੇ ਉਹਦਾ ਆਪਾਂ ਫਿਰ ਸਿਮਰਨ ਕਿਉਂ ਕਰੀਏ। ਸਾਡੇ ਲਈ ਤਾਂ ਸਾਡਾ ਰਾਜਾ ਹੀ ਪ੍ਰਭੂ ਹੈ। ਫਿਰ ਸਾਰੀ ਪ੍ਰਜਾ ਇਕੱਠੀ ਹੋਈ, ਸਾਰੇ ਲੋਕ ਆਏ, ਜਿੰਨੇ ਵੀ ਉੱਥੋਂ ਦੇ ਰਹਿਣ ਵਾਲੇ ਸਨ, ਉਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ 'ਚ ਆ ਕੇ ਮੱਥਾ ਟੇਕਿਆ। ਅਤੇ ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਫਿਰ ਪਰਮੇਸ਼ਰ ਦੇ ਲੜੇ ਨੂੰ ਲਾਣਾ ਕੀਤਾ ਕਿ ਭਾਈ ਰਾਜਾ ਇੱਕ ਰਾਜ ਭਾਗ ਸਾਂਭਦਾ ਹੈ, ਸਤਿਕਾਰਯੋਗ ਹੈ, ਪਰ ਜੇ ਰਾਜੇ ਨੂੰ ਭਗਵਾਨ ਮੰਨ ਕੇ ਰਾਜੇ ਦੀ ਪੂਜਾ ਕੀਤੀ ਜਾਵੇ, ਕਹਿੰਦੇ ਫਿਰ ਇਹ ਬਹੁਤ ਗਲਤ ਹੈ। ਪੂਜਾ ਕਰੋ ਪਰਮੇਸ਼ਰ ਦੀ, ਜਿਸ ਪਰਮੇਸ਼ਰ ਨੇ ਇਹ ਰਾਜਾ ਬਣਾਉਣਾ ਕੀਤਾ ਹੈ। ਇਹੋ ਜਿਹੇ ਪਤਾ ਨਹੀਂ ਕਿੰਨੇ ਰਾਜੇ ਸਿਰਜੇ ਨੇ, ਕਿੰਨਿਆਂ ਦਾ ਉਸ ਮਾਲਕ ਨੇ ਖਾਤਮਾ ਕੀਤਾ, ਫਿਰ ਪੈਦਾ ਕੀਤੇ, ਫਿਰ ਸਿਰਜ ਦਿੱਤੇ। ਇਸ ਤਰ੍ਹਾਂ ਸਿਲਸਿਲਾ ਲਗਾਤਾਰ ਜਾਰੀ ਹੈ। ਪਰ ਪਰਮੇਸ਼ਰ ਰੂਪੀ ਰਾਜਾ ਜਿਹੜਾ ਅੱਜ ਵੀ ਹੈ, ਕੱਲ੍ਹ ਨੂੰ ਵੀ ਹੈ, ਅੱਗੇ ਵੀ ਹੋਵੇਗਾ, ਉਹ ਸਦੀਵੀ ਕਾਲ ਲਈ ਰਹੇਗਾ, ਉਹ ਕਦੇ ਖਤਮ ਹੋਣ ਵਾਲਾ ਨਹੀਂ ਹੈ। ਉਹ ਸਾਰੀਆਂ ਥਾਵਾਂ 'ਤੇ ਰਮਿਆ ਹੋਇਆ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਨੇ, ਨਾਲੇ ਅਲੱਖ ਨਾ ਲਖੀਐ ਮੂਲੇ, ਗੁਰਮੁਖ ਲਿਖ ਵਿਚਾਰਾ ਹੈ। ਕਹਿੰਦੇ ਜਿਹੜੀ ਐਡੀ ਵੱਡੀ ਸ਼ਕਤੀ ਹੈ, ਜਿਹੜਾ ਘਟ ਘਟ ਵਿੱਚ ਸਮਾਇਆ ਹੋਇਆ, ਉਹ ਲਖਿਆ ਨਹੀਂ ਜਾ ਸਕਦਾ, ਲਖਣਾ ਤੋਂ ਰਹਿਤ ਹੈ। ਗੁਰਮੁਖ ਜਨ ਜਿਹੜੇ ਨੇ ਉਸ ਵਾਹਿਗੁਰੂ ਦੇ ਗੁਣਾਂ ਨੂੰ ਲਿਖਦੇ ਨੇ, ਵਾਹਿਗੁਰੂ ਦੇ ਗੁਣਾਂ ਦੀ ਉਹ ਵਿਚਾਰ ਕਰਦੇ ਹਨ। ਕਬੀਰ ਸਾਹਿਬਾਨ ਜੀ ਬਚਨ ਕਰਦੇ ਨੇ ਕਿ ਮਾਲਕ ਦੇ ਗੁਣ ਗਾ ਕੇ, ਮਾਲਕ ਦੀ ਸਿਫਤ ਸਲਾਹ ਲੈ ਕੇ ਕੀ ਆਪਾਂ ਪ੍ਰਭੂ ਦਾ ਅੰਤ ਪਾ ਲਵਾਂਗੇ। ਅਤੇ ਭਗਤ ਕਬੀਰ ਸਾਹਿਬਾਨ ਜੀ ਕਹਿੰਦੇ ਨਹੀਂ ਭਾਈ, ਉਸ ਵਾਹਿਗੁਰੂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਕਬੀਰ ਜੀ ਦਾ ਸ਼ਲੋਕ ਹੈ, ਕਬੀਰ ਸਾਤ ਸਮੁੰਦ ਹੈ ਮਛ ਕਰੋ, ਕਲਮ ਕਰੋ ਬਨਰਾਏ, ਬਸਦਾ ਕਾਗਦ ਜੋ ਕਰੋ, ਹਰ ਜਸ ਲਿਖਣ ਨਾ ਜਾਏ। ਕਬੀਰ ਜੀ ਕਹਿੰਦੇ 7 ਸਮੁੰਦਰਾਂ ਦੀ ਸਿਹਾਈ ਤਿਆਰ ਕਰ ਲਈਏ, ਜਿੰਨੀ ਵੀ ਧਰਤੀ ਹੈ ਧਰਤੀ ਦੇ ਕਾਗਜ਼ ਬਣਾਉਣਾ ਕਰੀਏ, ਜਿੰਨੀ ਬਨਾਸਪਤੀ ਹੈ ਇਸ ਬਨਾਸਪਤੀ ਦੀਆਂ ਕਲਮਾਂ ਘਟ ਲਈਏ, ਅਤੇ ਕਲਮਾਂ ਘਟ ਕੇ ਕਹਿੰਦੇ ਫਿਰ ਇਸ ਤਰ੍ਹਾਂ ਉਸ ਮਾਲਕ ਦਾ ਜਸ ਲਿਖਣਾ ਸ਼ੁਰੂ ਕਰ ਦਈਏ, ਮਾਲਕ ਦੀ ਵਡਿਆਈ ਲਿਖਣੀ ਸ਼ੁਰੂ ਕਰ ਦਈਏ। ਕਹਿੰਦੇ ਜੇ ਸਾਰੀ ਧਰਤੀ ਨੂੰ ਲਿਖ ਲਿਖ ਕੇ ਭਰ ਦਈਏ, ਸਮੁੰਦਰ ਦੀ ਸਿਹਾਈ ਬਣਾ ਕੇ ਮੁੱਕ ਜਾਵੇ, ਕਹਿੰਦੇ ਕੀ ਇੰਨਾ ਕੁਝ ਲਿਖਣ ਦੇ ਬਾਵਜੂਦ ਵੀ ਆਪਾਂ ਉਸ ਮਾਲਕ ਦਾ ਅੰਤ ਪਾ ਲਵਾਂਗੇ। ਅਤੇ ਕਬੀਰ ਜੀ ਕਹਿੰਦੇ ਨਹੀਂ, ਹਰ ਜਸ ਲਿਖਣ ਨਾ ਜਾਏ। ਕਹਿੰਦੇ ਉਹ ਬੇਅੰਤ ਹੈ, ਉਹਦਾ ਜਸ ਨਹੀਂ ਲਿਖਿਆ ਜਾ ਸਕਦਾ, ਉਹ ਬਹੁਤ ਵੱਡਾ ਹੈ, ਉਹਦਾ ਕੋਈ ਹੱਦ ਬੰਨਾ ਨਹੀਂ ਹੈ। ਤਾਂਹੀਓ ਭੱਟ ਸਾਹਿਬਾਨ ਜੀ ਨੇ ਗੁਰੂ ਅਰਜਨ ਦੇਵ ਮਹਾਰਾਜ ਦੀ ਸਿਫਤ ਸਲਾਹ ਵਿੱਚ ਵਚਨ ਕਰ ਦਿੱਤੇ। ਕਹਿੰਦੇ ਨੇ, ਅੰਤ ਨਾ ਪਾਵਤ ਦੇਵ ਸਰਬੈ ਮੁਨ, ਇੰਦਰ ਮਹਾ ਸਿਵ ਜੋਗ ਕਰੀ, ਫੁਨ ਵੇਦ ਬਿਰੰਚ ਵਿਚਾਰ ਰਹਿਓ, ਹਰ ਜਾਪ ਨਾ ਛਾਡਿਓ ਏਕ ਘਰੀ, ਮਥੁਰਾ ਜਨ ਕੋ ਪ੍ਰਭ ਦੀਨ ਦਇਆਲ ਹੈ, ਸੰਗਤ ਸ੍ਰਿਸ਼ਟ ਨਿਹਾਲ ਕਰੀ, ਰਾਮਦਾਸ ਗੁਰੂ ਜਗ ਤਾਰਨ ਕੋ, ਗੁਰਜੋਤ ਅਰਜਨ ਮਾਹੇ ਤਰੀ। ਭੱਟ ਮਥੁਰਾ ਜੀ ਵਚਨ ਕਰਦੇ ਨੇ, ਕਹਿੰਦੇ ਅੰਤ ਨਾ ਪਾਵਤ ਦੇਵ ਸਰਬੈ ਮੁਨ, ਜਿੰਨੇ ਵੀ ਦੇਵਤੇ ਨੇ ਮੁਨੀ ਜਨ ਹਨ, ਕਹਿੰਦੇ ਇਹ ਸਾਰੇ ਉਸ ਵਾਹਿਗੁਰੂ ਦਾ ਗੁਣਾਂ ਦਾ ਗੈਨ ਕਰ ਰਹੇ ਨੇ, ਪਰ ਕਹਿੰਦੇ ਉਸ ਮਾਲਕ ਦਾ ਅੰਤ ਨਹੀਂ ਪਾਇਆ ਜਾ ਸਕਦਾ। ਇੱਥੋਂ ਤੱਕ ਇੰਦਰ ਜੈਸੇ, ਸ਼ਿਵ ਜੀ ਜੈਸਿਆਂ ਦੀਆਂ ਸਮਾਧੀਆਂ ਲੰਮੀਆਂ ਲੰਮੀਆਂ, ਇੰਦਰ ਮਹਾ ਸਿਵ ਜੋਗ ਕਰੀ, ਯੋਗ ਸਾਧਨਾ ਜੋਗੀ ਜੋ ਲੋਕ ਜੁੜੇ ਹੋਏ ਨੇ। ਕਹਿੰਦੇ ਇੱਥੋਂ ਤੱਕ ਬ੍ਰਹਮਾ ਨੂੰ 4 ਵੇਦਾਂ ਦਾ ਗਿਆਤਾ ਮੰਨਿਆ ਗਿਆ ਕਿ ਇਹ
ਹਿੰਦੂ ਮਤ ਨੂੰ ਦੱਸਿਆ ਕਿ ਬ੍ਰਹਮਾ ਜੀ ਦੇ ਉਚਾਰਨ ਕੀਤੇ ਵੇਦ ਨੇ। ਤੇ ਪਾਤਸ਼ਾਹ ਕਹਿੰਦੇ ਨੇ ਹੁਣ ਵੇਦ ਬਿਰੰਚ ਵਿਚਾਰ ਰਹਿਓ, ਹਰ ਜਾਪ ਨਾ ਛਾੜਿਓ ਇੱਕ ਘੜੀ। ਇੱਕ ਘੜੀ ਮਾਤਰ ਵੀ ਕਹਿੰਦੇ ਪਰਮਾਤਮਾ ਦਾ ਜਾਪ ਨਹੀਂ ਛੱਡਿਆ, ਪਰਮਾਤਮਾ ਦੀ ਇਬਾਦਤ ਨਹੀਂ ਛੱਡੀ। ਪਰ ਉਹ ਬ੍ਰਹਮਾ ਵੀ ਅਖੀਰ ਤੇ ਕਹਿ ਉੱਠਿਆ ਕਿ ਉਹ ਪਰਮਾਤਮਾ ਬੇਅੰਤ ਬੇਅੰਤ ਬੇਅੰਤ। ਇਸ ਕਰਕੇ ਵਾਹਿਗੁਰੂ ਦੇ ਗੁਣ ਗਾ ਕੇ, ਵਾਹਿਗੁਰੂ ਦੇ ਗੁਣ ਲੈ ਅਲਾਪ ਜਾ ਸਕਦਾ। ਉਹ ਵਾਹਿਗੁਰੂ ਬੇਅੰਤ ਹੈ। ਗੁਰਮੁਖ ਸਾਧੂ ਸ਼ਰਨ ਤੁਮਾਰੀ, ਕਰ ਕਿਰਪਾ ਪ੍ਰਭ ਪਾਰ ਉਤਾਰੀ। ਗੁਰਮੁਖ ਜਿਹੜਾ ਗੁਰੂ ਦੇ ਸਨਮੁਖ ਹੋਵੇ, ਜਿਹਦਾ ਮੁਖ ਗੁਰੂ ਵੱਲ ਹੋਵੇ, ਉਹਨੂੰ ਕਹਿੰਦੇ ਗੁਰਮੁਖ। ਕਹਿੰਦੇ ਗੁਰਮੁਖ ਸਾਧੂ ਸ਼ਰਨ ਤੁਮਾਰੀ। ਸਾਧੂ ਦਾ ਅਰਥ ਕੀ ਹੈ? ਗੁਰੂ, ਗੁਰੂ ਰੂਪੀ ਸਾਧੂ। ਹੇ ਗੁਰਮੁਖ ਜਿਹੜੇ ਨੇ, ਹੇ ਸਾਧੂ ਗੁਰੂ ਜੀ ਤੁਹਾਡੀ ਸ਼ਰਨ ਵਿੱਚ ਹਨ। ਆਪ ਜੀ ਦੀ ਸ਼ਰਨ ਗੁਰਮੁਖਾਂ ਤੱਕਣਾ ਕੀਤੀ ਹੈ। ਕਰ ਕਿਰਪਾ ਪ੍ਰਭ ਪਾਰ ਉਤਾਰੀ, ਸਾਡੇ ਉੱਤੇ ਕਿਰਪਾ ਕਰ, ਰਹਿਮਤ ਕਰ, ਸਾਨੂੰ ਸੰਸਾਰ ਸਮੁੰਦਰ ਤੋਂ ਪਾਰ ਉਤਾਰਨਾ ਕਰ। ਕਿਉਂਕਿ ਗੁਰੂ ਤੋਂ ਬਿਨਾਂ ਗੁਰੂ ਸਿਰ ਗਾਤੇ ਨਹੀਂ ਸਾਡੀ। ਜਦੋਂ ਤੱਕ ਆਪਾਂ ਗੁਰੂ ਦੀ ਸ਼ਰਨ ਵਿੱਚ ਨਹੀਂ ਆਉਂਦੇ, ਉਦੋਂ ਤੱਕ ਸਾਡਾ ਭਲਾ ਨਹੀਂ ਹੋ ਸਕਦਾ ਹੈ। ਸੰਸਾਰ ਸਮੁੰਦਰ ਤੋਂ ਤਰਨ ਦੇ ਲਈ ਸਾਨੂੰ ਪ੍ਰਭੂ ਦੇ ਨਾਮ ਦਾ ਸਹਾਰਾ ਲੈਣਾ ਪਵੇਗਾ। ਅਤੇ ਇਸੇ ਤਰ੍ਹਾਂ ਇਹ ਨਾਮ ਦੀ ਪ੍ਰਾਪਤੀ ਕਰਨ ਦੇ ਲਈ ਸਾਨੂੰ ਗੁਰੂ ਦੀ ਸ਼ਰਨ ਵਿੱਚ ਆਉਣਾ ਪਵੇਗਾ, ਕਿਉਂ ਗੁਰੂ ਤੋਂ ਬਿਨਾਂ ਨਾਮ ਦੀ ਪ੍ਰਾਪਤੀ ਨਹੀਂ ਹੋ ਸਕਦੀ ਹੈ। ਇਸ ਕਰਕੇ ਸਤਿਗੁਰੂ ਸਮਝਾਉਂਦੇ ਨੇ ਕਿ ਭਾਈ ਉਹ ਜਦੋਂ ਗੁਰੂ ਦੀ ਸ਼ਰਨ ਵਿੱਚ ਆ ਗਏ, ਫਿਰ ਕਹਿੰਦੇ ਗੁਰੂ ਕਿਰਪਾ ਕਰਦਾ, ਕਰ ਕਿਰਪਾ ਪ੍ਰਭ ਪਾਰ ਉਤਾਰੀ। ਅਤੇ ਪ੍ਰਭੂ ਫਿਰ ਰਹਿਮਤ ਕਰਦਾ। ਕਹਿੰਦੇ ਇਸ ਤਰ੍ਹਾਂ ਉਸ ਜੀਵ ਨੂੰ ਫਿਰ ਸੰਸਾਰ ਸਮੁੰਦਰ ਤੋਂ ਤਾਰ ਦਿੰਦਾ ਹੈ। ਅਗਨ ਪਾਣੀ ਸਾਗਰ ਅਤ ਗਹਿਰਾ, ਗੁਰ ਸਤਿਗੁਰ ਪਾਰ ਉਤਾਰਾ ਹੈ। ਸੰਸਾਰ ਕੀ ਹੈ? ਕਹਿੰਦੇ ਅਗਨ ਪਾਣੀ ਸਾਗਰ ਅਤ ਗਹਿਰਾ। ਇਸ ਸੰਸਾਰ ਵਿੱਚ ਤ੍ਰਿਸ਼ਨਾ ਦੀ ਅੱਗ ਹੈ, ਵਿਕਾਰਾਂ ਦੀ ਅੱਗ ਹੈ। ਵਿਸ਼ੇ ਵਿਕਾਰਾਂ ਦਾ ਪਾਣੀ ਜੋ ਸਾਗਰ ਇਸ ਤਰ੍ਹਾਂ ਭਰਿਆ ਹੋਇਆ, ਕਹਿੰਦੇ ਬੜਾ ਡੂੰਘਾ ਹੈ। ਅਤੇ ਇਹਦੇ ਵਿੱਚ ਜੀਵ ਗੋਤੇ ਖਾ ਰਹੇ ਆ, ਅਤੇ ਇੱਥੋਂ ਫਿਰ ਪਾਰ ਕਿਵੇਂ ਹੋ ਸਕਦਾ ਹੈ? ਕਹਿੰਦੇ ਗੁਰ ਸਤਿਗੁਰ ਪਾਰ ਉਤਾਰਾ ਹੈ। ਜਦੋਂ ਗੁਰੂ ਕਿਰਪਾ ਕਰਦਾ, ਸਤਿਗੁਰੂ ਜੀ ਰਹਿਮਤ ਕਰਦੇ ਨੇ, ਫਿਰ ਸਤਿਗੁਰੂ ਫਿਰ ਸੰਸਾਰ ਸਮੁੰਦਰ ਤੋਂ ਉਸ ਜੀਵ ਨੂੰ ਪਾਰ ਕਰ ਦਿੰਦੇ ਹਨ। ਗੁਰੂ ਤਾਰਨ ਵਾਲਾ ਹੈ। ਇਸ ਕਰਕੇ ਗੁਰੂ ਵਾਲੇ ਬਣਨਾ ਜ਼ਰੂਰੀ ਹੈ। ਸਤਿਗੁਰੂ ਵਿੱਚ ਇਹ ਸ਼ਕਤੀ ਹੈ, ਕਿਉਂਕਿ ਗੁਰੂ ਭੁੱਲਿਆਂ ਨੂੰ ਮਾਰਗ ਪਾਉਣ ਵਾਲਾ, ਗੁਰੂ ਗੁਰੂ ਸਵਰੇ ਗਿਆਨ ਦੇਣ ਵਾਲਾ, ਗੁਰੂ ਆਪ ਤੈਰਿਆ ਹੋਇਆ ਹੈ। ਜਿਹੜਾ ਇਹਨੂੰ ਆਪਣਾ ਆਪ ਤੈਰਨਾ ਆਉਂਦਾ, ਉਹੀ ਦੂਜੇ ਨੂੰ ਪਾਰ ਕਰਾ ਸਕਦਾ। ਜਿਹਨੂੰ ਤੈਰਨਾ ਨਹੀਂ ਆਉਂਦਾ ਤੇ ਉਹ ਦੂਜੇ ਨੂੰ ਗੁਰੂ ਸਰ ਕਿਵੇਂ ਪਾਰ ਕਰਾ ਸਕਦਾ ਹੈ? ਇਸ ਕਰਕੇ ਸਾਡੇ ਚੰਗੇ ਭਾਗ ਨੇ ਕਿ ਆਪਾਂ ਪੂਰਨ ਗੁਰੂ ਦੇ ਲੜ ਲੱਗੇ ਹਾਂ। ਸਾਡਾ ਗੁਰੂ ਪੂਰਾ ਹੈ। ਸੰਸਾਰ ਦੇ ਵਿੱਚ ਅਧੂਰੇ ਗੁਰੂ ਬਹੁਤੇ ਹਨ, ਜਿਨ੍ਹਾਂ ਦੀ ਗਿਣਤੀ ਬਹੁਤ ਤਾਦਾਦ ਦੇ ਵਿੱਚ ਹੈ। ਦੇਖੋ, ਜੇ ਆਪਾਂ ਇਤਿਹਾਸਕ ਵਿਚਾਰ ਵੱਲ ਜਾਣਾ ਕਰੀਏ ਨਾ, ਅਤੇ ਇਤਿਹਾਸ ਦੇ ਵਿੱਚ ਬਹੁਤ ਸਾਰੇ ਦੰਭੀ ਪਖੰਡੀ ਗੁਰੂ ਕਾਲ ਤੋਂ ਗੁਰੂ ਬਣ ਕੇ ਬੈਠੇ ਹੋਏ ਸਨ। ਜੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੀ ਆਪਾਂ ਗੱਲ ਕਰੀ, ਜਿਨ੍ਹਾਂ ਦਾ 400 ਸਾਲਾ ਪ੍ਰਕਾਸ਼ ਪੁਰਬ ਆ ਰਿਹਾ ਹੈ, ਅਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜਦੋਂ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਬਾਲਾ ਪ੍ਰੀਤਮ ਜੀ ਨੇ ਆਖਿਆ ਸੀ ਕਿ ਬਾਬਾ ਵਸੇ ਜੇ ਗ੍ਰਾਮ ਬਕਾਲੇ, ਬਨ ਗੁਰ ਸੰਗਤ ਸਗਲ ਸੰਭਾਲੇ। ਸਤਿਗੁਰੂ ਜੋਤੀ ਜੋਤ ਸਮਾਏ, ਅਤੇ ਬਕਾਲੇ ਦੀ ਧਰਤੀ 'ਤੇ ਜਿਹੜੇ ਦੰਭੀ ਪਖੰਡੀ ਗੁਰੂਆਂ ਦੀਆਂ 22 ਮੰਜੀਆਂ ਲੱਗ ਗਈਆਂ ਸਨ, ਜਿਹੜੇ ਆਪਣੇ ਆਪ ਨੂੰ ਗੁਰੂ ਕਹਾਉਣ ਲੱਗ ਪਏ।
ਜਿਨ੍ਹਾਂ ਵਿੱਚੋਂ ਧੀਰਮਲ ਜੀ, ਹਰ ਜੀ ਇਹ ਮੁਖੀ ਸੀ ਤੇ ਇਹ ਆਪਣੇ ਆਪ ਨੂੰ ਗੁਰੂ ਕਹਾਉਂਦੇ। ਧੀਰਮਲ ਦੀ ਸਭ ਤੋਂ ਵੱਡੀ ਗੱਦੀ ਮੰਨੀ ਗਈ ਸੀ ਕਿਉਂਕਿ ਧੀਰਮਲ ਦੇ ਕੋਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਉੱਥੇ ਬਹੁਤ ਸਾਰੀਆਂ ਭੋਲੀਆਂ ਭਾਲੀਆਂ ਸੰਗਤਾਂ ਦੇਖਦੇ ਗੁਰੂ ਕੌਣ ਹੈ, ਗੁਰੂ ਹੈ। ਤੇ ਭੋਲੀਆਂ ਭਾਲੀਆਂ ਦੇ 22 ਗੁਰੂਆਂ ਪਰ ਇੱਕ ਪਾਰਖੂ ਅੱਖ ਜਿਹਨੇ ਦੇਖਿਆ ਕਿ ਨਹੀਂ ਗੁਰੂ ਇੱਕ ਹੈ ਤੇ ਮੰਜੀਆਂ ਗੱਦੀਆਂ ਇੱਥੇ 22 ਲੱਗੀਆਂ ਹੋਈਆਂ ਨੇ, ਇਸ ਕਰਕੇ ਇਹਨਾਂ ਵਿੱਚੋਂ ਅਸਲ ਗੁਰੂ ਕੌਣ ਹੈ। ਉਹ ਪਾਰਖੂ ਅੱਖ ਵਾਲਾ ਸਿੱਖ ਸੀ, ਮੱਖਣ ਸ਼ਾਹ ਲੁਬਾਣਾ ਸਿੱਖ, ਬਣਜਾਰਾ ਸਿੱਖ। ਤੇ ਕੱਲੇ ਕੱਲੇ ਦੇ ਕੋਲ ਗਿਆ, ਦੋ ਦੋ ਮੋਹਰਾਂ ਰੱਖਦਾ, ਮੱਥਾ ਟੇਕਦਾ, ਕਿਤੋਂ ਸ਼ਾਂਤੀ ਨਹੀਂ ਪ੍ਰਾਪਤ ਹੋਈ। ਇੱਕ ਹਲਵਾਈ ਦੀ ਦੁਕਾਨ, ਹਲਵਾਈ ਦੀ ਨੇ ਪੁੱਛਦੇ ਨੇ ਕਿ ਇੱਥੇ ਕੋਈ ਹੋਰ ਵੀ ਸੋਢੀ ਰਹਿੰਦਾ ਏ, ਤੇ ਅੱਗੋਂ ਉਹ ਤੇਗਾ ਨਾਮੇ ਕਮਲਾ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਕਮਲਾ ਆਖਦੇ, ਤੇਗਾ ਕਹਿੰਦੇ ਉਹ ਰਹਿੰਦਾ ਹੈ ਜਿਹੜਾ ਹਰ ਸਮੇਂ ਇਸ ਭੋਰੇ ਵਿੱਚ ਅੰਦਰ ਆਪਣੇ ਆਪ ਨੂੰ ਬੰਦ ਰੱਖਦਾ ਏ, ਬਹੁਤ ਘੱਟ ਬਾਹਰ ਨਿਕਲਦਾ। ਤੇ ਮੱਖਣ ਸ਼ਾਹ ਜੀ ਫਿਰ ਉਸ ਥਾਂ ਤੇ ਪਹੁੰਚ ਜਿੱਥੇ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਬਿਰਾਜਮਾਨ ਸੀ। ਤੇ ਮਨ ਵਿੱਚ ਇਹ ਵਿਚਾਰ ਸੀ, ਜੇ ਅਸਲੀ ਗੁਰੂ ਹੋਵੇਗਾ ਨਾ, ਜਿਹੜਾ ਅਸਲੀ ਗੁਰੂ ਹੋਵੇਗਾ ਆਪਣੀ ਜਿਹੜੀ ਭੇਟਾ ਹੈ ਉਹ ਆਪ ਮੰਗ ਲਵੇਗਾ। ਕਿਉਂਕਿ ਜਦੋਂ ਡੁੱਬਦਾ ਹੋਇਆ ਸੀ, ਬਰੇਤੀ ਵਿੱਚ ਫਸਿਆ ਹੋਇਆ ਸੀ, ਉਦੋਂ ਗੁਰੂ ਨਾਨਕ ਦੇ ਘਰ ਦੀ ਆਰਾਧਨਾ ਕੀਤੀ ਕਿ ਮੇਰਾ ਡੁੱਬਦਾ ਹੋਇਆ ਜਹਾਜ਼ ਬੰਨੇ ਲਾ ਦਿਓ, ਮੈਂ ਆਪ ਜੀ ਦੇ ਦਰ ਤੇ 500 ਸੋਨੇ ਦੀਆਂ ਮੋਹਰਾਂ ਅਰਪਣ ਕਰਾਂਗਾ। ਇਹ ਸੁਖਣਾ ਸੁਖੀ ਸੀ। ਜਦੋਂ ਹੁਣ ਅੰਦਰ ਗਏ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਚੌਂਕੜਾ ਮਾਰ ਕੇ ਬੈਠੇ ਹੋਏ ਨੇ। ਅੰਦਰ ਜਾਂਦਿਆਂ ਸਾਰ ਹੀ ਮਨ ਨੂੰ ਸਕੂਨ ਪ੍ਰਾਪਤ ਹੈ। ਤੇ ਜਦੋਂ ਮੱਥਾ ਟੇਕਿਆ ਗੁਰੂ ਤੇਗ ਬਹਾਦਰ ਪਾਤਸ਼ਾਹ ਨੇਤਰ ਖੋਲ੍ਹੇ, ਕਹਿਣ ਲੱਗੇ ਜਦੋਂ ਜਹਾਜ਼ ਤੇਰਾ ਬਰੇਤੀ ਵਿੱਚ ਫਸਿਆ ਹੋਇਆ ਸੀ, ਉਦੋਂ ਡੁੱਬਦੇ ਹੋਏ ਜਹਾਜ਼ ਨੂੰ ਬੰਨੇ ਲਾਉਣ ਦੇ ਲਈ ਸਾਨੂੰ 500 ਮੋਹਰਾਂ ਸੁੱਖਣਾ ਕੀਤੀਆਂ, ਹੁਣ 2 ਅਰਪਣ ਕਰਦਾ ਏ। ਬਸ ਇੰਨੇ ਵਚਨ ਕਰਨ ਦੀ ਦੇਰੀ ਸੀ ਤੇ ਉਸੇ ਸਮੇਂ ਮੱਖਣ ਸ਼ਾਹ ਲੁਬਾਣਾ ਸਿੱਖ, ਬਣਜਾਰਾ ਸਿੱਖ ਕਹਿੰਦੇ ਬਾਹਰ ਨਿਕਲਿਆ, ਗਲ ਵਿੱਚ ਢੋਲ ਪਾਇਆ ਤੇ ਉੱਚੀ ਉੱਚੀ ਆਖਿਆ, ਸੱਚ ਗੁਰ ਲਾਧੋ ਰੇ, ਸੱਚ ਗੁਰ ਲਾਧੋ ਰੇ। ਸਾਰੀਆਂ ਸੰਗਤਾਂ ਨੂੰ ਸੰਬੋਧਨ, ਜਿੰਨੇ ਵੀ ਇਹ ਬੈਠੇ ਹੋਏ ਨੇ ਸਾਰੇ ਦੰਬੀ ਨੇ, ਪਖੰਡੀ ਨੇ, ਇਹਨਾਂ ਵਿੱਚੋਂ ਅਸਲੀ ਗੁਰੂ ਨਹੀਂ ਹੈ, ਜਿਨ੍ਹਾਂ ਨੇ ਆਪਣੇ ਆਪ ਨੂੰ ਲੁਕੋ ਕੇ ਰੱਖਿਆ ਹੋਇਆ ਹੈ। ਸੋ ਕਹਿਣ ਦਾ ਭਾਵ ਹੈ ਗੁਰੂ ਕਾਲ ਦੇ ਸਮੇਂ ਤੋਂ ਹੀ ਬਹੁਤ ਸਾਰੇ ਇਹੋ ਜਿਹੇ ਸਨ ਜਿਹੜੇ ਗੁਰੂ ਬਣ ਕੇ ਬੈਠਦੇ ਸਨ। ਦੇਖੋ ਗੁਰੂ ਨਾਨਕ ਸਾਹਿਬ ਮਹਾਰਾਜ ਜੋਤੀ ਜੋਤ ਸਮਾਏ ਤੇ ਬਾਬਾ ਸ਼੍ਰੀ ਚੰਦ ਤੇ ਬਾਬਾ ਲਖਮੀ ਦਾਸ ਜੀ ਆਪਣਾ ਦਾਅਵਾ ਕਰਦੇ। ਉਹ ਵੱਖਰੀ ਗੱਲ ਹੈ ਕਿ ਬਾਅਦ ਵਿੱਚ ਇਹਨਾਂ ਨੂੰ ਪਤਾ ਲੱਗਿਆ ਕਿ ਨਹੀਂ, ਇਹ ਸੇਵਕ ਦੀ ਵਸਤੂ ਹੈ, ਸਾਡੇ ਪਿਤਾ ਗੁਰੂ ਜੀ ਦੇ ਉੱਤੇ ਰਹਿਮਤ ਕਰ ਗਏ ਨੇ, ਫਿਰ ਪਿੱਛੇ ਹਟੇ ਨੇ। ਉਸ ਤੋਂ ਬਾਅਦ ਫਿਰ ਆਪਾਂ ਗੁਰੂ ਅੰਗਦ ਦੇਵ ਮਹਾਰਾਜ ਜੀਵਨ ਦੀ ਗੱਲ ਕਰੀਏ। ਗੁਰੂ ਅੰਗਦ ਦੇਵ ਮਹਾਰਾਜ ਨੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਨੂੰ ਗੁਰਗੱਦੀ ਬਖਸ਼ਿਸ਼ ਕੀਤੀ ਹੈ। ਤੇ ਉਦੋਂ ਬਾਬਾ ਦਾਤੂ ਜੀ ਆਪਣੇ ਆਪ ਨੂੰ ਗੁਰੂ ਕਹਾਉਂਦੇ ਸਨ। ਖਡੂਰ ਸਾਹਿਬ ਦੀ ਧਰਤੀ ਤੇ ਬਾਬਾ ਦਾਤੂ ਜੀ ਗੱਦੀ ਲਾ ਕੇ ਬੈਠਦੇ ਸੀ, ਪਰ ਸੰਗਤਾਂ ਨੂੰ ਗਿਆਨ ਸੀ ਜਿਹੜਾ ਅਸਲੀ ਗੁਰੂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਸਨ, ਉਹਨਾਂ ਕੋਲ ਜਾ ਕੇ ਸੰਗਤਾਂ ਪਹੁੰਚਦੀਆਂ ਸਨ। ਸੋ ਪਹਿਲਾਂ ਤੋਂ ਹੀ ਇਹ ਚੱਲਿਆ ਆ ਰਿਹਾ, ਹੁਣ ਤੱਕ ਵੀ ਬਹੁਤ ਸਾਰੇ ਇਹੋ ਜਿਹੇ ਸ਼ਰਾਰਤੀ ਅਨਸਰ ਨੇ ਜਿਹੜੇ ਗੁਰੂ ਸਵਾਰੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਰੋਬਰ ਗੱਦੀਆਂ ਲਾ ਕੇ ਬੈਠਣ ਦੀ ਕੋਸ਼ਿਸ਼ ਕਰਦੇ ਨੇ। ਇੱਥੋਂ ਤੱਕ ਸਹਾਰਾ ਸਤਿਗੁਰ ਦੀ ਬਾਣੀ ਦਾ ਲੈਣਾ
ਤੇ ਪ੍ਰਚਾਰ ਆਪਣਾ ਕਰਨਾ, ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਅਸੀਂ ਤਾਂ ਗੁਰਬਾਣੀ ਦਾ ਪ੍ਰਚਾਰ ਕਰਦੇ ਹਾਂ। ਗੁਰਮਤਿ ਤੋਂ ਕੰਮ ਗੁਰਮਤਿ ਤੋਂ ਉਲਟ ਕਰਨੇ, ਸਹਾਰਾ ਬਾਣੀ ਦਾ ਲੈ ਕੇ ਕਰਨਾ ਸਭ ਕੁਝ ਹੈ, ਤੇ ਪੂਜਾ ਆਪਣੀ ਕਰਾਣੀ ਹੈ। ਇਸ ਤਰ੍ਹਾਂ ਦੇ ਬਹੁਤ ਸਾਰੇ ਦੰਭੀ ਪਖੰਡੀ ਨੇ ਜਿਨ੍ਹਾਂ ਤੋਂ ਸਤਿਗੁਰੂ ਨੇ ਸਾਨੂੰ ਵਰਜਿਆ ਹੋਇਆ, ਰੋਕਿਆ ਕਿ ਇਹਨਾਂ ਦੀ ਸੰਗਤ ਕਦੀ ਭੁੱਲ ਕੇ ਨਹੀਂ ਕਰਨੀ। ਪਰ ਸਾਡੇ ਚੰਗੇ ਭਾਗ ਨੇ ਕਿ ਸਾਡੇ ਕੋਲ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਨ, ਜਿਹੜੇ ਜੁਗੋ ਜੁਗ ਅਟਲ ਜਾਗਤ ਜੋਤ ਨੇ। ਜਾਗਤ ਜੋਤ ਜਪੈ ਨਿਸਵਾਸਰ, ਏਕ ਬਿਨਾ ਮਨ ਨੈਕ ਨਾ ਆਨੈ, ਪੂਰਨ ਪ੍ਰੇਮ ਪ੍ਰੀਤ ਸਜੈ ਬ੍ਰਤ, ਗੋਰ ਮੜੀ ਮੱਠ ਭੂਲ ਨਾ ਮਾਨੈ। ਗੁਰੂ ਕਲਗੀਧਰ ਪਾਤਸ਼ਾਹ ਦੇ ਬੱਚਾ ਨੇ। ਇਹ ਜਾਗਤ ਜੋਤ ਹਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਲੜ ਲੱਗੀਏ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਸਾਨੂੰ ਸਭ ਕੁਝ ਪ੍ਰਾਪਤ ਹੋ ਜਾਵੇਗਾ। ਤੇ ਸਤਿਗੁਰੂ ਜੀ ਇੱਥੇ ਬਚਨ ਕਰਦੇ ਹਨ, ਕਹਿੰਦੇ ਅਗਨ ਪਾਣੀ ਸਾਗਰ ਅਤ ਗਹਿਰਾ, ਗੁਰ ਸਤਿਗੁਰ ਪਾਰ ਉਤਾਰਾ ਹੈ। ਸੰਸਾਰ ਕੀ ਹੈ? ਕਹਿੰਦੇ ਇੱਕ ਅਗਨੀ ਦੀ ਨਿਆਈ ਹੈ, ਵਿਸ਼ੇ ਵਿਕਾਰਾਂ ਦਾ ਪਾਣੀ ਹੈ, ਬੜਾ ਡੂੰਘਾ ਸਾਗਰ ਸਮੁੰਦਰ ਹੈ। ਇਹਦੇ ਵਿੱਚ ਜੀਵ ਗੋਤੇ ਖਾ ਰਿਹਾ ਹੈ, ਕੋਈ ਬਾਹਰ ਨਿਕਲਣ ਦਾ ਰਾਹ ਨਹੀਂ ਮਿਲ ਰਿਹਾ। ਕਹਿੰਦੇ ਭਾਈ ਗੁਰੂ ਦੇ ਲੜ ਲੱਗ ਜਾ, ਸਤਿਗੁਰ ਦੇ ਲੜ ਲੱਗ, ਗੁਰੂ ਗੁਰੂ ਜਪਣਾ ਕਰ ਤੇ ਗੁਰੂ ਬਖਸ਼ਿਸ਼ ਕਰੇਗਾ ਤੈਨੂੰ। ਸਤਿਗੁਰੂ ਜੀ ਫਿਰ ਸੰਸਾਰ ਸਮੁੰਦਰ ਤੋਂ ਪਾਰ ਕਰ ਦੇਣਗੇ। ਇਹ ਸਤਿਗੁਰੂ ਵਿੱਚ ਤਾਕਤ ਹੈ। ਗੁਰੂ ਪਾਰ ਉਤਾਰਾ ਤੇਰਾ ਕਰਨ ਵਾਲਾ ਹੈ। ਮਨ ਮੁਖ ਅੰਧਲੇ ਸੋਝੀ ਨਾਹੀ, ਆਵਹਿ ਜਾਹੇ ਮਰਹਿ ਮਰ ਜਾਹੀ। ਪਰ ਸਤਿਗੁਰੂ ਅਗਲੇ ਪਦੇ ਵਿੱਚ ਬਖਸ਼ਿਸ਼ ਕਰਦੇ ਹਨ। ਕਹਿੰਦੇ ਗੁਰੂ ਤਾਂ ਜੀਵਾਂ ਦਾ ਪਾਰ ਉਤਾਰਾ ਕਰਦਾ ਹੈ, ਗੁਰੂ ਭਲਾ ਕਰਦਾ ਹੈ, ਪਰ ਮਨਮੁਖ ਜੀਵ ਜਿਹੜੇ ਅੰਧਲੇ ਹੋਏ ਫਿਰਦੇ ਨੇ। ਜਿਹੜਾ ਮਨਮੁਖ ਕੌਣ? ਮਨ ਦੀ ਮਰਜ਼ੀ ਕਰਨ ਵਾਲਾ। ਅੰਧਲਾ ਕੌਣ ਹੈ? ਜਿਹਦੇ ਨੇਤਰਾਂ ਵਿੱਚ ਭਰਮ ਦੇ ਫੋਲੇ ਪਏ ਹੋਏ ਨੇ। ਇੱਕ ਮਨੁੱਖ ਵੈਸੇ ਸਾਨੂੰ ਨੇਤਰਾਂ ਤੋਂ ਦਿਖਾਈ ਨਹੀਂ ਦੇਣਾ, ਆਪਾਂ ਕਹਿੰਦੇ ਫਲਾਣਾ ਮਨਾਖਾ, ਗੁਰਮਤਿ ਨੂੰ ਫਲਾਣੇ ਸੂਰਮਾ ਆਖਿਆ, ਸੂਰਮਾ ਸਿੰਘ ਆਖਿਆ ਜਾਂਦਾ ਹੈ। ਨੇਤਰਾਂ ਦੀ ਲਾਈਟ ਚਲੀ ਜਾਣੀ, ਰੋਸ਼ਨੀ ਚਲੀ ਜਾਣੀ, ਅੰਧਲੇ ਹੋ ਜਾਣਾ, ਕੁਝ ਦਿਖਾਈ ਨਹੀਂ ਦੇਣਾ। ਪਰ ਇੱਥੇ ਸਤਿਗੁਰੂ ਇਹਨਾਂ ਨੇਤਰਾਂ ਦੀ ਗੱਲ ਨਹੀਂ ਕਰ ਰਹੇ। ਸਤਿਗੁਰੂ ਉਹ ਨੇਤਰਾਂ ਦੀ ਗੱਲ ਕਰ ਰਹੇ ਨੇ ਜਿਹੜੇ ਨੇਤਰਾਂ ਦੇ ਰਾਹੀਂ ਆਪਾਂ ਆਪਣੇ ਅੰਦਰ ਨੂੰ ਦੇਖ ਸਕੀਏ। ਦੇਖੋ ਪਰਮਾਤਮਾ ਨੇ ਕਿੰਨੀ ਸੋਹਣੀ ਖੇਡ ਵਰਤਾਈ ਹੈ। ਹਰ ਇੱਕ ਜੀਵ ਨੂੰ ਨੇਤਰ ਦਿੱਤੇ ਨੇ, ਤੇ ਇਹਨਾਂ ਨੇਤਰਾਂ ਦੇ ਰਾਹੀਂ ਆਪਾਂ ਇੱਕ ਦੂਜੇ ਦਾ ਰੂਪ ਦੇਖਦੇ ਹਾਂ, ਪਰ ਆਪਣਾ ਰੂਪ ਨਹੀਂ ਦੇਖ ਸਕਦੇ। ਇੱਕ ਦੂਜੇ ਵੱਲ ਆਪਾਂ ਦੇਖਦੇ ਹਾਂ ਤੇ ਰੂਪ ਰੰਗ ਦੇਖ ਕੇ ਦੱਸਦੇ ਕਿ ਇਸ ਤਰ੍ਹਾਂ ਦੇਖਦੇ ਹਾਂ। ਪਰ ਜੇ ਕੋਈ ਇਹ ਸੋਚੇ ਕਿ ਮੈਂ ਆਪਣੇ ਨੇਤਰਾਂ ਦੇ ਨਾਲ ਆਪਣਾ ਰੂਪ ਦੇਖਣਾ ਕਰਾਂ, ਫਿਰ ਸਾਨੂੰ ਸ਼ੀਸ਼ੇ ਅੱਗੇ ਖਲੋਣਾ ਪਵੇਗਾ। ਹੁਣ ਸ਼ੀਸ਼ੇ ਵਿੱਚ ਇਹ ਗੁਣ ਹੈ, ਜਿਹੋ ਜੀ ਸਾਡੀ ਸੂਰਤ ਹੋਵੇਗੀ ਉਹੋ ਜੀ ਸੂਰਤ ਸ਼ੀਸ਼ੇ ਦੇ ਸਾਹਮਣੇ ਆ ਜਾਵੇਗੀ। ਜੇ ਸ਼ੀਸ਼ੇ ਉੱਤੇ ਗਰਦ ਪਈ ਹੋਈ ਹੈ, ਸ਼ੀਸ਼ਾ ਮਿੱਟੀ ਘੱਟੇ ਨਾਲ ਭਰਿਆ ਹੋਇਆ ਹੈ, ਫਿਰ ਗੁਰੂ ਸਵਾਰੇ ਸਾਡਾ ਮੁੱਖ ਉੱਤੇ ਚੰਗੀ ਤਰ੍ਹਾਂ ਦਿਖਾਈ ਨਹੀਂ ਦੇਵੇਗਾ। ਜਦੋਂ ਉਸੇ ਸ਼ੀਸ਼ੇ ਦੇ ਉੱਤੇ ਕੱਪੜਾ ਮਾਰਿਆ ਕਿ ਉਹਨੂੰ ਸਾਫ਼ ਕੀਤਾ ਗਿਆ, ਫਿਰ ਸ਼ੀਸ਼ੇ ਅੱਗੇ ਖਲੋਣ ਦੀ ਦੇਰੀ ਹੈ। ਜਿਹੋ ਜਿਹਾ ਸਾਡਾ ਰੂਪ ਹੈ, ਜੇ ਕਾਲਾ ਮੁੱਖ ਹੋਇਆ ਤਾਂ ਕਾਲਾ ਹੋਵੇਗਾ, ਜੇ ਗੋਰਾ ਹੋਵੇ ਗੋਰਾ ਰੰਗ ਹੋਵੇਗਾ। ਜਿਹੋ ਜਿਹੇ ਸਾਡੇ ਨੈਣ ਨਕਸ਼ ਨੇ, ਅਸੀਂ ਸ਼ੀਸ਼ੇ ਦੀ ਸਹਾਇਤਾ ਦੇ ਰਾਹੀਂ ਆਪਣਾ ਅਕਸ ਦੇਖ ਸਕਦੇ ਹਾਂ, ਪਰ ਸ਼ੀਸ਼ੇ ਤੋਂ ਬਿਨਾਂ ਨਹੀਂ ਦੇਖਿਆ ਜਾ ਸਕਦਾ। ਜਿਵੇਂ ਸ਼ੀਸ਼ੇ ਤੋਂ ਬਿਨਾਂ ਅਸੀਂ ਆਪਣੇ ਰੂਪ ਨੂੰ ਨਹੀਂ ਦੇਖ ਸਕਦੇ ਹਾਂ, ਇਸੇ ਤਰ੍ਹਾਂ ਗੁਰੂ ਤੋਂ ਬਿਨਾਂ ਗੁਰੂ ਸਵਾਰਿਓ ਅਸੀਂ ਆਪਣੇ ਅੰਦਰ ਨੂੰ ਨਹੀਂ ਦੇਖ ਸਕਦੇ ਹਾਂ। ਗੁਰੂ ਵੀ ਇੱਕ ਦਰਪਣ ਦੀ ਨਿਆਈ, ਸ਼ੀਸ਼ੇ ਦੀ ਨਿਆਈ ਹੈ। ਸਤਿਗੁਰੂ ਸਾਨੂੰ ਆਪਣਾ ਅੰਦਰ ਦਿਖਾ ਦਿੰਦੇ ਕਿ ਤੇਰੇ ਅੰਦਰ ਇਹ ਚੱਲ ਰਿਹਾ ਭਾਈ, ਤੂੰ ਬਾਹਰੋਂ ਕੁਝ ਹੋਰ ਹੈ ਤੇ ਅੰਦਰੋਂ ਕੁਝ ਹੋਰ ਹੈ।
ਤੇ ਜਦੋਂ ਗੁਰੂ ਕਿਰਪਾ ਕਰਦਾ, ਗੁਰੂ ਦੀ ਰਹਿਮਤ ਨਾਲ ਫਿਰ ਆਪਾਂ ਉਹ ਸਾਡੇ ਅੰਤਰੀਵ ਨੇਤਰ ਜਿਨ੍ਹਾਂ ਦੇ ਰਾਹੀਂ ਆਪਾਂ ਆਪਣੇ ਅੰਦਰ ਨੂੰ ਦੇਖ ਸਕਦੇ ਹਾਂ, ਉਹ ਨੇਤਰ ਸਤਿਗੁਰੂ ਫਿਰ ਸਾਫ਼ ਕਰ ਦਿੰਦੇ ਨੇ। ਤੇ ਇੱਥੇ ਸਤਿਗੁਰੂ ਉਹ ਬਚਨ ਕਰਦੇ ਨੇ, ਜਿਹੜਾ ਮਨਮੁਖ ਜੀਵ ਹੈ ਨਾ, ਕਹਿੰਦੇ ਮਨਮੁਖ ਜੀਵ ਅੰਧਲਾ ਹੈ, ਨੇਤਰਾਂ ਵਿੱਚ ਭਰਮ ਦੇ ਫੋਲੇ ਪਏ ਹੋਏ ਨੇ। ਹਮ ਅੰਧਲੇ ਗਿਆਨਹੀਨ ਅਗਿਆਨੀ, ਕਿਉਂ ਚੱਲ ਹੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੈ ਆਪਨ ਪਾਲੀ, ਗੁਰ ਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਅਗਿਆਨ ਤੋਂ ਹੀਣੇ ਹੋਣ ਕਰਕੇ ਅਸੀਂ ਅੰਧਲੇ ਹਾਂ। ਫਿਰ ਆਪਾਂ ਗੁਰੂ ਦੱਸੇ ਹੋਏ ਮਾਰਗ 'ਤੇ ਆਪਾਂ ਕਿਵੇਂ ਚੱਲ ਸਕਦੇ? ਨਹੀਂ ਚੱਲ ਸਕਦੇ। ਜੇ ਗੁਰੂ ਰਹਿਮਤ ਕਰਦੇ, ਗੁਰੂ ਕਿਰਪਾ ਕਰ ਦੇਵੇ, ਸਾਨੂੰ ਆਪਣੇ ਪੱਲੇ ਨਾਲ ਲਾ ਲਵੇ, ਫਿਰ ਆਪਾਂ ਗੁਰੂ ਦੱਸੇ ਹੋਏ ਮਾਰਗ 'ਤੇ ਚੱਲ ਕੇ ਮੰਜ਼ਿਲ ਤੱਕ ਪਹੁੰਚ ਸਕਦੇ ਹਾਂ। ਤੇ ਅੰਧਲੇ ਮਨੁੱਖ ਦਾ ਸਹਾਰਾ ਹੁੰਦਾ ਹੈ ਡੰਗੋਰੀ। ਉਹ ਸੋਟੀ ਦੇ ਸਹਾਰੇ, ਡੰਗੋਰੀ ਦੇ ਸਹਾਰੇ ਗੁਰੂ ਸਰ ਆਪਣਾ ਸਫ਼ਰ ਤੈਅ ਕਰਦਾ ਹੈ। ਪਰ ਜੇ ਉਹਦੇ ਕੋਲ ਡੰਗੋਰੀ ਨਾ ਹੋਵੇ ਤੇ ਫਿਰ ਉਹ ਆਪ ਨੂੰ ਸਫ਼ਰ ਕਰਨਾ ਔਖਾ ਹੋ ਜਾਂਦਾ ਹੈ। ਤੇ ਭਗਤ ਨਾਮ ਦੇ ਸਹਿਬਾਨ ਜੀ ਨੂੰ ਪੁੱਛੋ, ਭਗਤ ਨਾਮ ਦੇ ਸਹਿਬਾਨ ਜੀ ਬਚਨ ਕਰਦੇ ਨੇ, ਕਹਿੰਦੇ ਨੇ ਕਿ ਮੈਂ ਅੰਧਲੇ ਕੀ ਟੇਕ, ਤੇਰਾ ਨਾਮ ਖੁੰਦਕਾਰਾ, ਮੈਂ ਗਰੀਬ ਮੈਂ ਮਸਕੀਨ, ਤੇਰਾ ਨਾਮ ਹੈ ਆਧਾਰਾ, ਕਰੀਮਾ ਰਹੀਮਾ ਅੱਲਾਹ ਤੂੰ ਗਨੀ, ਹਾਜ਼ਰਾ ਹਜੂਰ ਦਰ ਪੇਸ਼ ਤੂੰ ਮਨੀ, ਦਰਿਆਓ ਤੂੰ ਦੇਹੰਦ ਤੂੰ, ਬਿਸਿਆਰ ਤੂੰ ਤਨੀ। ਭਗਤ ਜੀ ਕਹਿੰਦੇ ਮੈਂ ਅੰਧਲੇ ਕੀ ਟੇਕ, ਹੇ ਵਾਹਿਗੁਰੂ ਮੈਨੂੰ ਅੰਧਲੇ ਨੂੰ ਤੇਰੇ ਨਾਮ ਦੀ ਟੇਕ ਹੈ, ਤੇਰਾ ਨਾਮ ਖੁੰਦਕਾਰਾ, ਤੇਰਾ ਨਾਮ ਹੀ ਮੇਰੇ ਲਈ ਸਹਾਰਾ ਹੈ। ਇਸ ਕਰਕੇ ਗੁਰੂ ਸਾਰੇ ਪ੍ਰਭੂ ਦਾ ਨਾਮ, ਗੁਰੂ ਦਾ ਬਖਸ਼ਿਆ ਹੋਇਆ ਗਿਆਨ ਸਾਨੂੰ ਚਾਨਣ ਦੇਣ ਵਾਲਾ ਹੈ। ਗੁਰੂ ਦੀ ਕਿਰਪਾ ਦੇ ਨਾਲ ਹੀ ਫਿਰ ਸਾਨੂੰ ਸੋਝੀ ਆ ਸਕਦੀ ਹੈ। ਪਰ ਪਾਤਸ਼ਾਹ ਕਹਿੰਦੇ ਜਿਹੜਾ ਮਨਮੁਖ ਜੀਵ ਹੈ ਨਾ, ਉਹ ਮਨਮੁਖ ਅੰਧਲਾ ਹੈ, ਉਹਦੇ ਕੋਲ ਵਿਚਾਰ ਰੂਪੀ ਨੇਤਰ ਨਹੀਂ ਹਨ, ਅਗਿਆਨਤਾ ਵਿੱਚ ਡੁੱਬਿਆ ਫਿਰਦਾ ਹੈ। ਉਸ ਜੀਵ ਨੂੰ ਕਿਸੇ ਪ੍ਰਕਾਰ ਦੀ ਸੋਝੀ ਨਹੀਂ ਹੈ। ਇਹੋ ਜਿਹੇ ਜੀਵ ਦੀ ਹਾਲਤ ਕਿਹੋ ਜਿਹੀ ਹੁੰਦੀ ਹੈ? ਕਹਿੰਦੇ ਆਵ ਹੈ ਜਾਹੇ, ਮਰਹਿ ਮਰ ਜਾਹੇ। ਉਹ ਬਾਰ-ਬਾਰ ਸੰਸਾਰ ਵਿੱਚ ਜਨਮ ਲੈ ਕੇ ਆਉਂਦੇ ਹਨ, ਫਿਰ ਮਰ ਕੇ ਚਲੇ ਜਾਂਦੇ ਨੇ। ਇਸ ਤਰ੍ਹਾਂ ਬਾਰ-ਬਾਰ ਜੰਮਦੇ ਤੇ ਬਾਰ-ਬਾਰ ਮਰਦੇ ਹਨ। ਹਰ ਵਾਰ ਟੇਢੀਆਂ ਮੇਢੀਆਂ ਜੂਨਾਂ ਵਿੱਚ ਭਟਕਦੇ ਨੇ ਤੇ ਇਸ ਤਰ੍ਹਾਂ ਉਹਨਾਂ ਦਾ ਫਿਰ ਕਦੇ ਵੀ ਭਲਾ ਨਹੀਂ ਹੁੰਦਾ, ਭਟਕਣਾ ਵਿੱਚ ਹੀ ਰਹਿੰਦੇ ਹਨ। ਪੂਰਬ ਲਿਖਿਆ ਲੇਖ ਨਾ ਮਿਟਈ, ਜਮਦਰ ਅੰਧ ਖੁਆਰਾ ਹੈ। ਪਰ ਪਾਤਸ਼ਾਹ ਨੇ ਅਖੀਰਲੀ ਪੰਕਤੀ 'ਚ ਮੋਹਰ ਲਾ ਦਿੱਤੀ, ਕਹਿੰਦੇ ਭਾਈ ਜੀਵ ਦੇ ਵੀ ਕੀ ਵੱਸ ਹੈ। ਪ੍ਰਭੂ ਦੀ ਐਸੀ ਖੇਡ ਹੈ ਕਿ ਜੇ ਪੂਰਬਲੇ ਕੀਤੇ ਹੋਏ ਕਰਮ ਨੇ ਨਾ, ਉਹ ਜੀਵ ਭੋਗ ਰਿਹਾ ਹੈ। ਫਲ ਬਰ ਵਿਧਾਤੇ ਵਿੱਚ ਲਿਖੇ ਹੋ ਜੋ ਲਿਖ ਦਿੱਤੇ ਨੇ, ਉਹਨਾਂ ਨੂੰ ਕਹਿੰਦੇ ਇਹ ਜੀਵ ਭੋਗ ਰਿਹਾ, ਉਹ ਮਿਟਦੇ ਨਹੀਂ ਹਨ। ਜਿਸ ਕਰਕੇ ਜੀਵ ਬਾਰ-ਬਾਰ ਇਹ ਖੱਜਲ ਖੁਆਰ ਹੋ ਰਿਹਾ ਹੈ। ਜਿਹੜੇ ਮਾਲਕ ਨੂੰ ਭਾਉਂਦੇ ਨੇ, ਉਹਨਾਂ ਪਾਸੋਂ ਮਾਲਕ ਆਪਣਾ ਨਾਮ ਜਪਾਉਂਦਾ, ਗੁਰੂ ਦੇ ਲੜ ਲਾਉਂਦਾ ਹੈ। ਜਿਹੜੇ ਉਹਨੂੰ ਨਹੀਂ ਭਾਉਂਦੇ ਹਨ, ਉਹਨਾਂ ਨੂੰ ਹਰ ਸਮੇਂ ਭਟਕਣਾ ਵਿੱਚ ਹੀ ਪਾ ਰੱਖਦਾ ਹੈ। ਉਹ ਹਰ ਸਮੇਂ ਮੰਦੇ ਕਰਮ ਹੀ ਕਰਦੇ ਨੇ। ਉਹਨਾਂ ਦਾ ਜੀਵਨ ਨਸ਼ਾ ਸੇਵਨ ਕਰਨਾ, ਚੋਰੀਆਂ ਠੱਗੀਆਂ ਕਰਨੀਆਂ ਇਤਿਆਦਿਕ, ਇਹਨਾਂ ਵਿੱਚ ਹੀ ਚੁਗਲੀ ਨਿੰਦਿਆ ਵਿੱਚ ਉਹਨਾਂ ਦਾ ਜੀਵਨ ਲੰਘ ਜਾਂਦਾ ਹੈ। ਤੇ ਪਾਤਸ਼ਾਹ ਕਹਿੰਦੇ ਨੇ ਫਿਰ ਉਹਨਾਂ ਦੀ ਹਾਲਤ ਇਹੋ ਜਿਹੀ ਹੁੰਦੀ ਹੈ, ਜਿਹੜੇ ਨਾਮ ਨਹੀਂ ਜਪਦੇ, ਕਹਿੰਦੇ ਜਮਦਰ ਅੰਧ ਖੁਆਰਾ ਹੈ। ਉਹ ਉਹਨਾਂ ਕੋਲ ਵਿਚਾਰ ਰੂਪੀ ਨੇਤਰ ਨਹੀਂ ਹਨ, ਜਿਨ੍ਹਾਂ ਨੇਤਰਾਂ ਰਾਹੀਂ ਉਹ ਦੇਖ ਸਕਣ। ਤੇ ਜਮਾਂ ਦੇ ਦਰ 'ਤੇ ਉਹ ਬੰਧੇ ਜਾਂਦੇ ਹਨ, ਅੰਧਲੇ ਹੁੰਦੇ ਹਨ। ਉਹਨਾਂ ਨੂੰ ਇਸ ਤਰ੍ਹਾਂ ਖੱਜਲ ਖੁਆਰ ਹੋਣਾ ਪੈਂਦਾ ਹੈ। ਇਸ ਤਰ੍ਹਾਂ ਉਹ ਗੁਰੂ ਸਵਾਰਿਓ, ਇਸ ਤਰ੍ਹਾਂ ਉਹ ਬਚ ਨਹੀਂ ਸਕਦੇ ਹਨ।
इस तरह भटकना विच ही रहिंदे हन। एक आवै जावै घर वास न पावै, किरत के बांधे पाप कमावै। एक ऐसे ने जिहड़े संसार विच जन्म लैके आ गए ते मर के जावै चले गए। घर वास न पावे, उन्होंने घर विच बसना नसीब नहीं हुंदा, क्योंकि एक घर है बाहज घर। मनुख ने अपना घर बनाने लई बना के तैयार किया, ये सोच रखी कि मैं इस घर दे विच रहना है, अपने परिवार दे सह सुखां में जिंदगी बतीत करनी है। पर कई बारी जिंदगी विच इहो जिहियां मुश्किलां दा सामना मनुख नूं करना पैंदा कि अपना घर बार छड्डना पैंदा। आपां देखदे हां कोई बिजनसमैन हुंदे ने, कारोबार करदे ने ते घाटा पै जांदा। जिस घर नूं गुरु सर तैयार कीता हुंदा है, ਉਹ घर ਨੂੰ फिर गिरवी रखिया जाता, ਉਹ घर बेचना पैंदा है। बनाया सी घर अपने वास्ते रहन वास्ते, पर मजबूरी बस होण करके ਉਹ घर बेचिया ते बेच के आप फिर किराए ते चलिया गया। जिमें प्रतख घर तैयार किया, रहना नसीब नहीं होया, ते परमात्मा सतगुरु कहंदे इसे तरह ही जिहड़ा स्वरूप रूपी घर है, उस स्वरूप रूपी घर विच कहंदे जीव वासा नहीं कर सकिया, भटकना विच ही रहा। क्योंकि उस स्वरूप रूपी घर विच वासा तां होना सी जे रसना दे नाल उस वाहिगुरू नूं चेते करदा, उस वाहिगुरू दा शुक्र करदा, बार बार उहनूं चेते करदा, फिर उस घर विच वासा होना सी। पर इसे तरह ही सफ़र दे विच ही रहा, मंजिल तक नहीं पहुँच सकिया। जन्म लिया, संसार विच आ गया, मर के चलिया गया, फिर दूजा जन्म लिया, फिर सफ़र विच लग गया, फिर गुरु सर मर के चलिया गया। इस तरह अपने असल घर दे विच ये पहुँच ही नहीं सकिया, उत्थे वासा नहीं कर सकिया। किरत के बांधे पाप कमावै, जो किरत कीती है, जो जीव करदा कर्म अनुसार, कहते बद्धा होया जीव पाप ही कमा दिया। पाप है बुरा है, पर पापी इंसान नूं पाप प्यारा लगता, पाप बुरा पापी को प्यारा। ते पापी इंसान नूं फिर परमात्मा की बंदगी भी चंगी नहीं लगती है। जिहड़ा पाप जिहदे मन विच हर समय जिन्हें माड़े काम करने, चंगे नहीं काम करने, वो गुरु सवारे उन्होंने प्रभु परमात्मा की इबादत वधिया नहीं लगती है। आप भगत जी के बचन पढ़ते हैं ना, कबीर पापी भगत न भावई, हर पूजा न सुहाए, माखी चंदन पर हरै, जह बिगंध तह जाए। पापी इंसान नूं हरि की भगती चंगी नहीं लगती, हरि की पूजा जिहड़ी है वो सुहाए शोभनीक नहीं लगती है। उहदी हालत एक मक्खी जैसी हुंदी है, जिवें मक्खी चंदन इत्यादक नूं छड्ड के, अतर फरेर नूं छड्ड के, चंदन नूं छड्ड के, ते गुरु सर जिथे गंदगी है, विष्टा है, जह दुर्गंध तह जाए, उत्थे जाके बैठदी है, मक्खियां भिण भिण करके बैठ जांदियां ने। ते पातशाह कहंदे ने इसे तरह पापी इंसान नूं परमात्मा की बंदगी चंगी नहीं लगती। जिथे बुरा हो रहा हो, जिथे पाप होंदे होण, उन्हां विच जाके वो लोग एक गंदी मक्खी दी ने जाके बैठते ने। इस तरह वो परमात्मा का कदे भी धन्नवाद नहीं करते हैं। तो इस तरह सतगुरु कहते हैं किरत के बांधे पाप कमावे, किरत के कर्मां दे बंधे हुए कहते इस तरह ये जीव इस तरह पाप ही कमा रहे हैं। अंदरले सोझी बूझ न काई, लोभ बुरा अहंकारा है। अंदरले मनुख नूं सोझी नहीं है, कुछ भी बूझ ना काई, कुछ भी बुझ नहीं सकिया, जान नहीं सकिया, जिस करके ये मनुख लोभ लालसा करदा। लोभ है बुरा, इनू ये नहीं पता लोभ लालच करदा, पर इनू ये नहीं पता कि लोभ माड़ा है।
ਤੇ ਇਸ ਤਰ੍ਹਾਂ ਲੋਭ ਲਾਲਸਾ ਵਿੱਚ ਬੜਾ ਧਨ ਸੰਪਦਾ ਇਕੱਤਰ ਕਰਦਾ ਹੈ। ਚੋਰੀਆਂ ਠੱਗੀਆਂ ਕਰਕੇ ਦੂਜੇ ਦਾ ਹੱਕ ਪਰਾਇਆ, ਨਾਨਕ ਸੂਰ ਸਗਾਏ, ਇਹੋ ਜਿਹੀ ਹਾਲਤ ਹੋ ਜਾਂਦੀ ਹੈ। ਤੇ ਸਤਿਗੁਰੂ ਕਹਿੰਦੇ ਨਾਲ ਫਿਰ ਹੰਕਾਰ ਕਰਦਾ, ਹੰਕਾਰੀ ਬਣ ਜਾਂਦਾ ਕਿ ਮੈਂ ਬਹੁਤ ਵੱਡਾ, ਮੇਰੇ ਬਰਾਬਰ ਕੋਈ ਨਹੀਂ ਹੈ। ਇਸ ਤਰ੍ਹਾਂ ਸਾਰੀ ਉਮਰ ਇਸ ਮੈਂ ਮੇਰੀ ਵਿੱਚ ਜੀ ਵਿਚਰਦਾ, ਹੰਕਾਰ ਵਿੱਚ ਅਪਰਿਆ ਫਿਰਦਾ ਹੈ। ਤੇ ਸਤਿਗੁਰੂ ਕਹਿੰਦੇ ਇਸ ਤਰ੍ਹਾਂ ਇਸ ਮਨੁੱਖ ਨੂੰ ਕਿਸੇ ਪ੍ਰਕਾਰ ਦੀ ਸੋਝੀ ਨਹੀਂ ਹੈ, ਗਿਆਨ ਨਹੀਂ ਹੈ ਕਿ ਜਿਸ ਸਰੀਰ ਉੱਤੇ ਤੂੰ ਮਾਣ ਕਰਦਾ, ਜਿਸ ਧਨ ਸੰਪਦਾ ਉੱਤੇ, ਪ੍ਰੋਪਰਟੀ ਉੱਤੇ ਤੂੰ ਮਾਣ ਕਰਦਾ ਏ, ਤਾਂ ਅੱਖਾਂ ਮੀਚੀਆਂ ਗਈਆਂ, ਇਹ ਸਰੀਰ ਇੱਥੇ ਰਹਿ ਜਾਣਾ, ਤੇਰੀ ਧਨ ਸੰਪਦਾ ਸਭ ਕੁਝ ਇੱਥੇ ਰਹਿ ਜਾਣੀ ਹੈ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਸਾਡੇ ਉੱਤੇ ਪਾਤਸ਼ਾਹ ਜੀ ਨੇ ਅੱਜ ਦੇ ਪਾਵਨ ਸ਼ਬਦ ਦੁਆਰਾ ਕਿਰਪਾ ਕੀਤੀ ਹੈ। 4 ਪਦਿਆਂ ਦੀ ਵਿਚਾਰ ਪਾਤਸ਼ਾਹ ਜੀ ਨੇ ਕਰਵਾਈ ਹੈ। ਬਾਕੀ ਰਹਿੰਦੇ ਸ਼ਬਦ ਦੀ ਵਿਚਾਰ ਆਪਾਂ ਕੱਲ੍ਹ ਵਾਲੇ ਦੀਵਾਨਾਂ ਵਿੱਚ ਕਰਾਂਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਫਤਿਹ ਬੁਲਾਈਏ। ਫਿਰ ਬਿਨ ਕਿਆ